एक सर्कुलर दिया मुझे ये है कि 2025 वास्ते में साल के कोई किलोमीटर नहीं करना किसी ने कहते अप्लाई नहीं कि कंप्लाइंस आई होगी तो गाँव बुला के नाले तो नाले नाले पहुँचा ना फिर क्लेम कर लेना मार्च में जो भी दिन मनाया जाता होंगे हाउसिंग वाला उनकी अक्टूबर यार मैं कहना इसी अक्टूबर नहीं बाह वो नहीं और भी कोई दिन मनाया जाता चंडीगढ़ जल्दी बढ़ना उधर ही पैसे जमा करो उधर ही ले आओ इतों महीना लग जाना ਉੱਥੇ ਹੀ ਮੇਰੀ ਗੱਲ ਸੁਣੋ ਮੇਰੀ ਗੱਲ ਨਹੀਂ ਕਰਾਓ ਮੈਂ ਦੱਸਾਂ ਤੁਹਾਨੂੰ ਤਰੀਕਾ ਚੰਡੀਗੜ੍ਹ ਜਾਓ ਆਫਿਸ ਸੈਕਟਰ 9 'ਚ ਉੱਥੇ ਹੀ ਆਨਲਾਈਨ ਪੈਸੇ ਜਮ੍ਹਾਂ ਕਰਦੇ ਨੇ ਉੱਥੇ ਹੀ ਫਾਈਲ ਕਰੋ ਉੱਥੇ ਹੀ ਉਹਨਾਂ ਨੂੰ ਤੁਹਾਨੂੰ ਕਾਰਡ ਲਾਓ ਉਹਨਾਂ ਨੇ इसके बाद कार्ड नहीं ना बनता कार्ड उनको बन चुका है ना जानते हो मैं क्या मैं ਤੁਹਾਨੂੰ ਪਛਾਣਿਆ ਪਰ ਥੋੜੀ ਨਹੀਂ ਪਛਾਣਿਆ ਕੀ ਨਾ जगजीत ਕੀ ਗੱਲ ਹੋਈ ਉਹ ਕੀ ਨਾ ਕੋਲ ਕਾਲਾ ਕਰ ਹੋ मैं थल्ले ਮੈਂ ਤੁਹਾਨੂੰ ਮੈਂ ਚਾਲ ਦੇਖਦਾ ਕਿ ਮੈਂ ਕਿਤੇ ਦੇਖਿਆ ਕਈ ਚਿਰ ਬਾਅਦ ਮਿਲੇ वही गल करते हैं मैं कार और सारी कुछ देखते होंगे ਦਾਲ ਦਾ ਇੱਥੇ ਆ ਇਹ ਬਣਾਉਣ ਸਾਲ ਬਾਅਦ ਕੀਤੇ ਨੇ और रिटायर होना ਸਾਡਾ ਵੀ ਅਸੀਂ कुछ सर्विस करते हो ਨਹੀਂ ਅਸੀਂ 52 ਚ ਮੈਂ ਰੈਡ कितों ਪੰਜਾਬ ਜੀਸੀ ਫਿਰ ਅਸੀਂ ਕੇਸ ਕੀਤਾ 57 ਤੋਂ अच्छा ਜਿੱਤ ਗਏ ਫਿਰ ਉਹ ਸਾਨੂੰ ਗੱਲ ਕੋਈ ਬੁਲਾਂਗੇ ਹੋਰ ਪਰਿਵਾਰ ਮੁੰਡਾ मुंडा घर के कारोबार लड़कियां तो सारियां सारे यही हैं CRPL भी छड़ गई वो भी छड़ गई सारी सर्विस भी छड़ गई वो इतने जलंधर ही है बाकी लड़की एक जम्मू है ठीक है अगर मैं दसी जाना यार वो कहना नहीं मैं क्या अपनी इदा यार कोई बोले ना मैं बहुत कई क्या बोलना मैं आपा इसलिए 91 में 128 चलो बहुत बढ़िया कैसे हो तो फिर मैं ट्रेनिंग कर मैं कह गढ़ शंकर मुंडा बाहरों आया गया साढ़े बेटे ने अपना काम चालू किया है इस बार सारे जाना पाया चलो कोई मैं आने बड़ी बड़ा अपना कम बड़ी ट्रेनिंग का रखा कम वो की एजेंसी है अपनी पिछे कर रहा किराया ही मारता बड़ा चंगा काम ये नहीं बड़ी खुशी हुई मैं नहीं मोटा नहीं हो गया हाँ मोटा का एक होने का गया मैं हम कहना क्या करना ठीक है
ਮਿਹਨਤ ਕਰਨਾ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਵਿੱਚ ਪਹੁੰਚ ਚੁੱਕੇ ਨੇ। ਸਾਰੇ ਹਾਜ਼ਰ ਮਹਿਮਾਨਾਂ ਦਾ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਜੀ ਆਇਆਂ। ਸਾਡੇ ਅੱਜ ਦੇ ਫੰਕਸ਼ਨ ਹਰ ਸਾਲ CRPF ਐਕਸ ਸਰਵਿਸਮੈਨ ਤੇ GC ਤੇ CRPF ਐਂਡ ਪੰਜਾਬ ਕੇਸਰੀ ਗਰੁੱਪ ਵੱਲੋਂ ਇਹ ਸ਼ਹੀਦ ਸਮਾਗਮ ਜਿਹੜਾ ਸਹਿਯੋਗ ਸਮਾਗਮ ਕੀਤਾ ਜਾਂਦਾ। ਹਰ ਸਾਲ ਅਸੀਂ ਇਹ ਸਮਾਗਮ ਸਾਲ ਵਿੱਚ 2 ਵਾਰ ਕਰਦੇ ਹਾਂ। ਇੱਕ ਇਸ ਪਹਿਲੇ ਕੁਆਟਰ 'ਚ ਤੇ ਦੂਜਾ ਹੁੰਦਾ ਸਾਡਾ ਦੀਵਾਲੀ ਦੇ ਨੇੜੇ। ਅਸੀਂ ਸਭ ਤੋਂ ਪਹਿਲਾਂ ਮੈਂ ਸਾਡੇ ਚੀਫ ਗੈਸਟ ਪਦਮ ਸ਼੍ਰੀ ਵਿਜੇ ਚੋਪੜਾ ਜੀ ਜੋ ਕਿ ਸਾਡੇ ਵਿੱਚ ਮੌਜੂਦ ਨੇ, ਮੈਂ ਇਹਨਾਂ ਦਾ ਸਵਾਗਤ ਕਰਦਾ। ਇਹਨਾਂ ਦੀ ਬਹੁਤ ਵੱਡੀ ਦੇਣ ਹੈ ਸ਼ਹੀਦ ਪਰਿਵਾਰਾਂ ਦੇ ਲਈ। ਇਹ ਇਕੱਲੇ CRPF ਦੇ ਸ਼ਹੀਦਾਂ ਨੂੰ ਸਨਮਾਨ ਜਾਂ ਆਪਣਾ ਸਹਿਯੋਗ ਜਾਂ ਉਹਨਾਂ ਨੂੰ ਹੈਲਪ ਨਹੀਂ ਕਰਦੇ। ਇਸ ਤੋਂ ਇਲਾਵਾ ਪੰਜਾਬ 'ਚ ਜਿੱਥੇ ਵੀ ਜਦੋਂ ਤੋਂ ਸ਼ਹੀਦ ਦੇ ਨਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿਸ ਇਲਾਕੇ 'ਚ ਕੌਣ ਸ਼ਹੀਦ ਪਰਿਵਾਰ ਆ, ਚਾਹੇ ਉਹ ਆਰਮੀ ਫੋਰਸ ਕਿਸੇ ਦਾ, ਚਾਹੇ ਕੋਈ ਸਿਵਲੀਅਨ ਵੀ ਪਰਿਵਾਰ ਪੀੜਤ ਪਰਿਵਾਰ ਸੀ, ਇਹ ਮਦਦ ਉਹਨਾਂ ਦੀ ਕਰਦੇ ਰਹਿੰਦੇ ਆ। ਅਸੀਂ ਇਹਨਾਂ ਦਾ 80s ਤੋਂ ਇਹਨਾਂ ਦੇ ਅਖਬਾਰ ਦੇ ਵਿੱਚ ਇਹ ਪੜ੍ਹਦੇ ਰਹੇ ਹਾਂ, ਲਿਸਟਾਂ ਪੜ੍ਹਦੇ ਰਹੇ ਹਾਂ। ਹੁਣ ਵੀ ਸਹਿਯੋਗ ਦੀ ਇਹਨਾਂ ਦੀ ਬੜੀ ਲੰਬੀ ਕੁਰਬਾਨੀ ਆ ਜਾਂ ਲੰਬਾ ਸਹਿਯੋਗ ਆ ਜੋ ਇਹ ਸ਼ਹੀਦ ਪਰਿਵਾਰਾਂ ਨੂੰ ਦਿੰਦੇ ਆ। ਪੰਜਾਬ ਇਹਨਾਂ ਦੀ ਇਸ ਸਹਿਯੋਗ ਦਾ ਸਦਾ ਰਿਣੀ ਰਹੇਗਾ। ਸਾਡੇ ਨਾਲ ਸਾਡੇ DIG ਸ਼੍ਰੀ ਹਰਜਿੰਦਰ ਸਿੰਘ ਹੈਗੇ ਨੇ ਜੋ DIG ਗਰੁੱਪ ਸੈਂਟਰ ਹੈ। ਉਹਨਾਂ ਦੇ ਨਾਲ ਸਾਡੇ ਐਕਸ ਰਿਟਾਇਰਡ ਅਫਸਰਸ ਆਏ ਹੋਏ ਨੇ। ਮਿਸਟਰ ਸ਼ਰਮਾ ਡਿਪਟੀ ਕਮਾਂਡੈਂਟ ਨੇ, ਸਾਡੇ ਨਾਲ ਮਿਸਟਰ ਦੇਵਰਾਜ ਨੇ, ਸਾਡੇ ਬਾਕੀ ਦੇ GC ਦੇ ਅਫਸਰਸ ਬੈਠੇ ਮੌਜੂਦ ਆ। ਸਾਡੇ ਐਕਸ ਸਰਵਿਸਮੈਨ ਅਫਸਰਸ ਹੈਗੇ ਆ, ਐਕਸ ਆਪਣੇ SOs ਹੈਗੇ ਨੇ ਔਰ ਜਵਾਨ ਹੈਗੇ ਨੇ। ਉਸ ਤੋਂ ਇਲਾਵਾ ਸਾਡੇ ਅੱਜ ਦੇ ਸਪੈਸ਼ਲ ਮਹਿਮਾਨ ਜਿਹੜੇ ਅਸੀਂ ਬੁਲਾਏ ਸੀ ਸ਼ਹੀਦ ਪਰਿਵਾਰ, ਉਹਨਾਂ ਦੇ ਪਰਿਵਾਰਾਂ ਦੇ ਸਾਰੇ ਮੈਂਬਰ ਆਏ ਨੇ। ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਆਏ ਆ। ਮੈਂ ਸਾਰਿਆਂ ਦਾ ਆਪਣੇ ਇੱਥੇ ਆਉਣ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਇੱਥੇ ਪਹੁੰਚੇ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਆਪਣੇ ਵਿਜੇ ਚੋਪੜਾ ਜੀ ਦੇ ਦੁਆਰਾ ਜੋ ਵੀ ਇਹਨਾਂ ਦੀ ਸ਼ਰਧਾ ਜਾਂ ਜੋ ਵੀ ਸਾਡੀ ਭਾਵਨਾ ਹੁੰਦੀ ਆ, ਤੁਹਾਡੇ ਨਾਲ ਇੱਕ ਤਾਂ ਤਾਲਮੇਲ ਹੋ ਜਾਂਦਾ, ਤੁਹਾਡੇ ਨਾਲ ਮਿਲ ਜਾਂਦੇ ਆ। ਤੁਸੀਂ ਸਾਡੇ ਕੋਲ ਆਉਂਦੇ ਹੋ, ਤੁਹਾਡੀਆਂ ਕੋਈ ਖਾਸ ਦੁੱਖ ਤਕਲੀਫ ਹੁੰਦਾ ਉਹਦੇ ਬਾਰੇ ਪਤਾ ਲੱਗਦਾ ਤੇ ਬਾਕੀ ਜਿੰਨਾ ਅਸੀਂ ਕਰ ਸਕਦੇ ਹਾਂ ਉਹਨਾਂ ਤੁਹਾਨੂੰ ਅਸੀਂ ਸਹਿਯੋਗ ਦਿੰਦੇ ਹਾਂ ਤਾਂ ਕਿ ਇੱਕ ਆਪਣਾ ਆਪਸ ਵਿੱਚ ਤਾਲਮੇਲ ਬਣਿਆ ਰਹੇ, ਇੱਕ ਦੂਜੇ ਨੂੰ ਮਿਲਦੇ ਰਹੀਏ, ਇੱਕ ਦੂਜੇ ਦਾ ਦੁੱਖ ਦਰਦ ਸਮਝ ਕੇ ਉਹਨੂੰ ਜਿੱਥੇ ਤੱਕ ਹੋ ਸਕੇ ਅਸੀਂ ਉਹਨੂੰ ਨਿਪਟਾਉਂਦੇ ਰਹੀਏ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸ਼ਹੀਦਾਂ ਦੀ ਲਿਸਟ CRP ਦੀ ਬੜੀ ਲੰਬੀ ਆ, ਜਿਹੜੀ 1959 ਸਪਰਿੰਗ ਆਪਣੇ ਹੌਟ ਸਪਰਿੰਗ ਤੋਂ ਸ਼ੁਰੂ ਹੋਈ ਸੀ ਇੱਕ ਤੋਂ ਅੱਜ ਉਹਦੀ ਲਿਸਟ ਹਜ਼ਾਰਾਂ 'ਚ ਪਹੁੰਚ ਚੁੱਕੀ ਆ। ਅਸੀਂ ਇਹ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਅਸੀਂ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ ਤੇ ਹਮੇਸ਼ਾ ਇਹ ਕਹਾਂਗੇ ਕਿ ਸਾਡਾ ਹਮੇਸ਼ਾ ਉਹਨਾਂ ਦੇ ਵੱਲ ਧਿਆਨ ਰਹੇ ਤੇ ਅਸੀਂ ਉਹਨਾਂ ਦੇ ਪਰਿਵਾਰ ਦਾ ਧਿਆਨ ਰੱਖੀਏ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਟਾਈਮ ਸਾਨੂੰ ਦਿੱਤਾ ਤੇ ਅਸੀਂ ਹੁਣ ਅਗਲੇ ਪ੍ਰੋਗਰਾਮ ਵੱਲ ਵਧਦੇ ਹਾਂ।
मैं हुण बेनती करांगा साडे एक्स CRPF एसोसीएशन के प्रधान सुलिंदर कंडीनी जी, जिन्हां दा इस प्रोग्राम को ऑर्गेनाइज करने में बहुत बड़ा हाथ है। ये इन्हां दी ही भज नठ आ जिहड़े शहीद परिवारां नूं मिलदे आ ते उन्हां नूं करदे आ, फिर अपने चोपड़ा जी नूं मिलदे ने, DIG साहब नूं मिलदे ने, सारा कुछ ऑर्गेनाइज करते हैं। मैं उन्होंने बेनती करूँगा कि वो अपने चंद शब्द थोड़े सामने रखें। थैंक यू। हेलो हेलो वाहिगुरू जी का खालसा श्री वाहिगुरू जी की फतेह। अज का शहीद परिवार सहयोग सम्मेलन अज का जिहड़ा आयोजित किया गया है, ये साडियां शहीदां दीयां कुर्बानियां नूं प्रेरक ते जिहने इहनूं चलाउण दी जिहड़ी सानूं समर्थ बख्शी है, वो साडे अज दे आए हुए चीफ गैसट पद्म श्री विजय चोपड़ा जी ते साडे ग्रुप सेंटर के अफसर साहिबाना ने सानूं हिम्मत बख्शी है कि शहीद परिवारां दा मान सन्मान ते आए हुए सारे जिन्ने साडे गैसट है, DIG साहब का अति धन्नवादी हाँ असीं कि जिन्हां दे प्यार सदका, जिन्हां दे आशीर्वाद नाल असीं अज ये फंक्शन कराउण जा रहे हैं। क्यों इन्हां दे सहयोग नाल ही असीं हर चीज़ का ध्यान रख सकते हैं ते जो सानूं इन्हां तो सीखण नूं मिलदा है ते कोशिश करीदी है कि अपने परिवारों तक असीं पहुँचाइए। तो असीं ये सारे आए हुए पद्म श्री विजय चोपड़ा जी ते DIG साहब, साडे चेयरमैन देवराज जी, कमांडेंट साहब SS घुम्मण जी, साडे डिप्टी कमांडेंट शर्मा साहब, ये सारिਆਂ ਦਾ जियां साहब होना ने भी किया, असीं अपनी एसोसीएशन वालों भी करते हैं। अज का ये दिहाड़ा ये बहुत ही एक बड़ा सनून भी बड़ा आता है। क्यों जिद्दां साडे विच पहुंचे सतनाम सैनी जी पंजाब पुलिस के गायक, उन्होंने जिसले शहीदां का जिक्र किया, शहीद परिवारां का जिक्र किया, शहीदां दीयां कुर्बानियां का जिक्र किया, ते सारियां दीयां अखां विच हंझू आ रहे ही कि शहीदी का मुल की है, शहीद किहनूं कहा जाता है, शहीद परिवारां का सत्कार की है। ये सारियां चीज़ां सुन के सारियां दा मन भर आया। ते सब तो वड्डी जिहड़ी साडी ड्यूटी बनती है,
ਹਾਂਜੀ 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 ਆ ਗਈ ਗੱਲ। ਠੀਕ ਹੈ। ਤੇ ਜਿਹੜਾ ਪਰਿਵਾਰਾਂ ਦਾ ਸਾਡਾ ਫਰਜ਼ ਹੈ ਪਰਿਵਾਰਾਂ ਦਾ ਸਤਿਕਾਰ ਕਰਨਾ, ਤੇ ਜੋ ਅੱਜ ਅਸੀਂ ਪਰਿਵਾਰਾਂ ਦਾ ਸਤਿਕਾਰ ਜੇ ਅਸੀਂ ਨਹੀਂ ਕਰ ਸਕਦੇ ਤੇ ਸਮਝੀਏ ਵੀ ਅਸੀਂ ਉਹ ਸ਼ਹੀਦਾਂ ਦਾ ਮੁੱਲ ਨਹੀਂ ਪਾ ਸਕਦੇ। ਤੇ ਅੱਜ ਅਸੀਂ ਉਹ ਜਿਹੜਾ ਦਿਨ ਇਹ ਮਨਾਉਣ ਜਾ ਰਹੇ ਹਾਂ, ਬਾਊ ਜੀ ਦੇ ਅਸ਼ੀਰਵਾਦ ਨਾਲ ਇਹ ਅਸੀਂ ਕੰਮ ਸਿੱਖਿਆ। ਬਾਊ ਜੀ ਹੁਣੀ ਹਰ ਸਾਲ ਅਸੀਂ ਪਿਆਰ ਨਾਲ ਬਾਊ ਜੀ ਨੂੰ ਪਦਮ ਸ਼੍ਰੀ ਵਿਜੇ ਚੋਪੜਾ ਜੀ ਨੂੰ ਅਸੀਂ ਪਿਆਰ ਨਾਲ ਬਾਊ ਜੀ ਕਹਿ ਕੇ ਪੁਕਾਰਦੇ ਆ। ਸਾਡੀ ਜ਼ਬਾਨ ਤੇ ਹੀ ਬਾਊ ਜੀ ਚੜਿਆ ਹੈ। ਤੇ ਜੋ ਸਾਨੂੰ ਸ਼ਹੀਦ ਪਰਿਵਾਰਾਂ ਦਾ ਮਾਣ ਸਨਮਾਨ ਕਿੱਦਾਂ ਕਰਨਾ, ਇਸ ਪਾਸੇ ਨੂੰ ਤੋਰਨਾ, ਸਾਰਾ ਅਸੀਂ ਇਹਨਾਂ ਤੋਂ ਸਿੱਖਿਆ। ਪੰਜਾਬ ਕੇਸਰੀ ਅਖਬਾਰ ਗਰੁੱਪ ਇਹ ਉਹ ਮਹਾਨ ਹਸਤੀਆਂ ਹੀ ਜਿਨ੍ਹਾਂ ਦੇ ਸਿਰ ਤੇ ਦੇਸ਼ ਚੱਲਦੇ ਆ, ਜਿਨ੍ਹਾਂ ਦੇ ਪਰਿਵਾਰ ਨੇ ਆਪਣੇ ਸਰੀਰ ਤੇ ਹੰਢਾਈਆਂ, ਆਪਣੇ ਜੀ ਗਵਾਏ, ਆਪਣਾ ਪਿਤਾ ਸ਼ਹੀਦ ਕਰਾਇਆ, ਆਪਣਾ ਭਰਾ ਸ਼ਹੀਦ ਕਰਾਇਆ, ਪਰ ਇਹਨਾਂ ਦੀ ਕਲਮ ਡੋਲੀ ਨਹੀਂ। ਅੱਜ ਵੀ JNK ਵਿੱਚ ਜਾਂ ਪੰਜਾਬ ਦੇ ਖਤਰਨਾਕ ਇਲਾਕਿਆਂ ਵਿੱਚ ਅੱਜ ਵੀ ਇਹ ਉਹ ਕਰਮ ਕਰ ਰਹੇ ਹੈ ਜਿਹੜੀਆਂ ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਅੱਜ ਵੀ ਉਹ ਖਤਰਨਾਕ ਜਗ੍ਹਾ ਤੇ ਰਾਸ਼ਨ ਵੰਡਣ ਦਾ ਸਿਲਸਿਲਾ ਲਗਾਤਾਰ ਜੋ ਚੱਲਦਾ ਆ ਰਿਹਾ ਹੈ, ਇਹ ਚਲਾ ਰਹੇ ਹੈ। ਗਰੀਬ ਪਰਿਵਾਰਾਂ ਦੀ ਹੈਲਪ ਬਾਰਡਰ ਤੇ। ਦੂਜੀ ਗੱਲ, ਸ਼ਹੀਦਾਂ ਦਾ ਸਤਿਕਾਰ। ਬਾਊ ਜੀ ਕਹਿੰਦੇ ਵੀ ਸ਼ਹੀਦ ਹੋਵੇ ਭਾਵੇਂ ਕਿਸੇ ਦਾ ਵੀ ਹੋਵੇ, ਭਾਵੇਂ ਆਰਮੀ ਦਾ ਹੋਵੇ, ਭਾਵੇਂ ਪੈਰਾਮਿਲਟਰੀ ਦਾ ਹੋਵੇ, ਭਾਵੇਂ ਸਿਵਲੀਅਨ ਹੋਵੇ, ਜਿਹੜਾ ਦੇਸ਼ ਲਈ ਸ਼ਹੀਦੀ ਦਊਗਾ ਉਹਦਾ ਅਸੀਂ ਸਤਿਕਾਰ ਕਰਦੇ ਹਾਂ। ਬਾਊ ਜੀ ਹੁਣੀ ਹਰ ਸਾਲ 'ਚ 2-3 ਫੰਕਸ਼ਨ ਕਰਾਉਂਦੇ ਆ ਤੇ ਇੱਕ ਸ਼ਹੀਦ ਪਰਿਵਾਰ ਨੂੰ 1 ਲੱਖ ਰੁਪਈਆ ਇਹ ਦਿੰਦੇ ਆ। ਕਿਸੇ ਵੀ ਕਿਸਮ ਦਾ ਸ਼ਹੀਦ ਹੋਵੇ, ਸਰਕਾਰਾਂ ਹਜੇ ਕਿਤੇ ਨਾ ਕਿਤੇ ਕਈ ਬੰਦਿਆਂ ਨੂੰ ਛੱਡ ਜਾਂਦੀਆਂ, ਪਰ ਜਿਹੜੀ ਪੰਜਾਬ ਕੇਸਰੀ ਗਰੁੱਪ ਦੀ ਲਿਸਟ ਹੈ ਉਹਦੇ ਵਿੱਚ ਕਿਸੇ ਨੂੰ ਨਹੀਂ ਛੱਡਦੇ ਵੀ ਜਿਹੜਾ ਸ਼ਹੀਦ ਦੇਸ਼ ਲਈ ਹੋ ਗਿਆ, ਉਹ ਦੇਸ਼, ਉਸ ਜਵਾਨ ਦਾ, ਉਸ ਦੇ ਪਰਿਵਾਰ ਦਾ ਧਿਆਨ ਰੱਖਣਾ ਸਾਡਾ ਫਰਜ਼ ਹੈ। ਜੇ ਅੱਜ ਸਾਡੇ ਵੀਰ ਸ਼ਹੀਦ ਹੋਏ ਆ ਬਾਰਡਰਾਂ ਤੇ, ਉਸ ਬਾਰਡਰ ਨੂੰ ਵੀ ਜਿਹੜਾ ਤਾਰ ਦਾ ਬਰਕਰਾਰ ਕੰਮ ਸੀ, ਬਾਰਡਰ ਤੋਂ ਸਮਗਲਿੰਗ ਨੂੰ ਰੋਕਣਾ, ਆਰ ਪਾਰ ਜਿਹੜੇ ਕੁਝ ਗਲਤ ਲੋਕ ਆਉਂਦੇ ਜਾਂਦੇ ਸੀ ਉਹਨਾਂ ਨੂੰ ਰੋਕਣਾ, ਉਹਦੇ 'ਚ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਸਾਡੇ ਲੋਕ ਸੇਫ ਸੌਣ। ਬਾਊ ਜੀ ਹੁਣੀ ਆਪ ਖੁਦ ਬਾਰਡਰਾਂ ਤੇ ਜਾ ਕੇ ਜਵਾਨਾਂ ਦੇ ਹਾਲਾਤ ਵੇਖਦੇ ਆ ਕਿ ਜਵਾਨ ਕਿੱਦਾਂ ਉੱਥੇ ਡਿਊਟੀ ਕਰ ਰਿਹਾ ਹੈ, ਤੇ ਆਪਣੀ ਕਲਮ ਰਾਹੀਂ ਤੇ ਆਪਣੇ ਜਰੀਏ ਰਾਹੀਂ ਸਰਕਾਰਾਂ ਤੱਕ ਇਹ ਗੱਲ ਪਹੁੰਚਾਉਂਦੇ ਆ ਕਿ ਜਵਾਨਾਂ ਨੂੰ ਉੱਥੇ ਕੀ ਪ੍ਰੋਬਲਮਾਂ ਆ ਰਹੀਆਂ ਹੈ ਤੇ ਇਹਨਾਂ ਨੂੰ ਅਸੀਂ ਹੋਰ ਕੀ ਇਹਨਾਂ ਦੀ ਹੈਲਪ ਕਰ ਸਕਦੇ ਹਾਂ। ਬਹੁਤ ਬਿਜ਼ਨਸਮੈਨ ਹੈ, ਬਹੁਤ ਅਖਬਾਰਾਂ ਹੀ, ਪਰ ਜੋ ਫੋਰਸ ਦੇ ਬੰਦਿਆਂ ਲਈ ਜਾਂ ਪੈਰਾਮਿਲਟਰੀ ਦੇ ਫੋਰਸ ਦੇ ਬੰਦਿਆਂ ਲਈ ਜੋ ਪੰਜਾਬ ਕੇਸਰੀ ਗਰੁੱਪ ਕਰ ਸਕਦਾ, ਉਹ ਅੱਜ ਤੱਕ ਅਸੀਂ ਕੋਈ ਨਹੀਂ ਵੇਖਿਆ। ਜੇ ਅੱਜ ਸਾਨੂੰ CGHS ਦੀ ਡਿਸਪੈਂਸਰੀ ਵੀ ਮਿਲੀ ਹੈ, ਇਹ ਬਾਊ ਜੀ ਹੁਣਾਂ ਦੀ ਦੇਣ ਨਾਲ ਹੀ ਮਿਲੀ ਹੈ। ਕਿ ਜਦੋਂ JP ਨੱਡਾ ਜੀ ਇੱਥੇ ਆਏ ਬਾਊ ਜੀ ਹੁਣਾਂ ਦੇ ਫੰਕਸ਼ਨ 'ਚ, ਤੇ ਸਾਨੂੰ ਬੁਲਾਇਆ, ਕਹਿੰਦੇ ਕਾਕਾ ਜੋ ਮੰਗਣਾ ਇਹਨਾਂ ਤੋਂ ਮੰਗ ਲਓ, ਤੇ ਉਹਨਾਂ ਨੂੰ ਕਿਹਾ ਕਿ ਆ ਮੇਰੇ ਮੁੰਡਿਆਂ ਦੀ ਗੱਲ ਜ਼ਰੂਰ ਸੁਣੋ ਕੀ ਕਹਿੰਦੇ ਆ। ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੀ ਡਿਸਪੈਂਸਰੀ ਹੈ ਨਹੀਂ, ਸਾਨੂੰ ਪੈਰਾਮਿਲਟਰੀ ਫੋਰਸ ਨੂੰ
ਸਾਡੇ ਜਵਾਨ ਚੰਡੀਗੜ੍ਹ ਜਾਂਦੇ ਆ, ਦੂਜੇ ਤੀਜੇ ਚੌਥੇ ਦਿਨ ਮਾਰੀ ਆਉਂਦੀ ਹੈ। ਉਹਨਾਂ ਨੇ ਪੂਰੀ ਗੱਲ ਵੀ ਨਹੀਂ ਸੁਣੀ, ਕਹਿੰਦੇ ਓਕੇ। ਪਹਿਲਾਂ ਕਹਿੰਦੇ ਮੈਂ ਇਸ ਸਾਲ ਹਿਮਾਚਲ 'ਚ ਖੋਲਾਂਗਾ, ਅਗਲਾ ਸਾਲ ਮੈਂ ਤੁਹਾਡੇ ਪੰਜਾਬ 'ਚ ਖੋਲਾਂਗਾ। ਬਾਊ ਜੀ ਹੁਣਾਂ ਦੀ ਮਿਹਰਬਾਨੀ ਨਾਲ ਸਾਨੂੰ ਪੰਜਾਬ ਵਿੱਚ ਇੱਕ ਨਹੀਂ 2 ਡਿਸਪੈਂਸਰੀਆਂ ਮਿਲ ਗਈਆਂ। ਡਿਸਪੈਂਸਰੀਆਂ ਨਵੀਆਂ ਚੱਲਣ ਕਰਕੇ ਕੁਝ ਭੀੜ ਭੜੱਕੇ ਦੀਆਂ ਜਾਂ ਡਾਕਟਰਾਂ ਦੀਆਂ ਕਮੀਆਂ ਕਰਕੇ ਕੁਝ ਥੋੜ੍ਹੀਆਂ ਮੁਸ਼ਕਲਾਂ ਆ ਰਹੀਆਂ। ਉਹ ਵੀ ਜਦੋਂ ਕੋਈ ਨਵਾਂ ਸਿਸਟਮ ਅਸੀਂ ਸ਼ੁਰੂ ਕਰਦੇ ਹਾਂ ਤੇ ਥੋੜ੍ਹੀਆਂ ਪ੍ਰੋਬਲਮਾਂ ਹਰ ਜਗ੍ਹਾ ਆਉਂਦੀਆਂ, ਭਾਵੇਂ ਆਪਾਂ ਅਸੀਂ ਘਰ ਵਿੱਚ ਹੀ ਕੰਮ ਕਿਉਂ ਨਹੀਂ ਸ਼ੁਰੂ ਕਰਦੇ ਕੋਈ। ਤੇ ਉਹ ਹੁਣ ਜਿਹੜੀਆਂ ਹੌਲੀ ਹੌਲੀ ਪ੍ਰੋਬਲਮਾਂ ਉਹ ਵੀ ਸ਼ੁਰੂ ਤੇ ਹੋਈਆਂ, ਪਰ ਉਹ ਖਤਮ ਵੀ ਹੋ ਜਾਣਗੀਆਂ। ਗਾਂ ਨੂੰ ਆਸਾਨੀ ਹੋ ਜਾਏਗੀ। ਡਿਸਪੈਂਸਰੀਆਂ ਦੇ ਵਿੱਚ ਜਿੱਦਾਂ ਜਲੰਧਰ ਵਿੱਚ ਵੀ ਪਹਿਲਾਂ 2 ਡਾਕਟਰ ਹੀ, ਹੁਣ 3 ਹੋ ਗਏ ਆ, ਤੇ ਹੋਰ ਥੋੜੇ ਦਿਨਾਂ ਤੱਕ 4 ਹੋ ਜਾਣਗੇ। ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਬਾਊ ਜੀ ਨੂੰ ਬੇਨਤੀ ਕਰਾਂਗੇ, ਕਿਉਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਏ, ਪਰ ਸਾਡੇ ਫੋਰਸਾਂ ਦੇ ਜਿਹੜੇ ਸੀਐਮ ਤੇ ਜਿਹੜੇ ਪੀਐਮ ਉਹ ਸਾਡੇ ਬਾਊ ਜੀ ਆ। ਅਸੀਂ ਇਹਨਾਂ ਕੋਲ ਹੀ ਜਾਣਾ ਏ, ਇਹਨਾਂ ਨੇ ਸਾਨੂੰ ਦੇਣਾ ਜੋ ਵੀ ਦੇਣਾ। ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਏ। ਅੱਜ ਵੀ ਅਸੀਂ ਬਾਊ ਜੀ ਹੁਣਾਂ ਨੂੰ ਕੋ ਬੇਨਤੀ ਕੀਤੀ ਕਿ ਬਾਊ ਜੀ ਸਾਡੀਆਂ ਫੋਰਸਾਂ ਦੀਆਂ ਵੀ ਆਹ ਪ੍ਰੋਬਲਮ ਆ ਥੋੜ੍ਹੀਆਂ, ਤੇ ਸਾਡੀਆਂ ਐਕਸਮੈਨਾਂ ਦੀਆਂ ਵੀ ਥੋੜ੍ਹੀਆਂ ਆਹ ਪ੍ਰੋਬਲਮ ਆ। ਤੇ ਉਹਨਾਂ ਨੇ ਮੌਕੇ ਤੇ ਹੀ ਸਾਨੂੰ ਹੱਲ ਕਰਤਾ ਵੀ ਤੁਸੀਂ ਦੀਵਾਲੀ ਤੇ ਕੋਈ ਆਪਾਂ ਫੰਕਸ਼ਨ ਸ਼ਹੀਦ ਪਰਿਵਾਰਾਂ ਦਾ ਕਰਾਂਗੇ, ਤੇ ਉੱਥੇ ਜਿਹੜਾ ਤੁਹਾਡਾ ਸਿਸਟਮ ਹੈ ਉਹ ਮੈਂ ਕਿਸੇ ਨੂੰ ਕਹਿ ਕੇ ਕਰਾ ਦੇਵਾਂਗਾ। ਤੇ ਜਿਹੜੀਆਂ ਸਾਡੀਆਂ ਕੋਈ ਐਕਸਮੈਨਾਂ ਦੀਆਂ ਵੀ, ਸਾਡੀਆਂ CRPF ਦੀਆਂ ਵੀ ਜਿਹੜੀਆਂ ਕੋ ਮੁਸ਼ਕਲਾਂ ਹੈਗੀਆਂ, ਉਹ ਅਸੀਂ ਇਹਨਾਂ ਤੋਂ ਸਾਂਝੀਆਂ ਕਰਕੇ ਉਹ ਵੀ ਅਸੀਂ ਆਪਣਾ ਹੱਲ ਕਰਾਵਾਂਗੇ। ਕਿਉਂ ਸਾਡੇ ਵਾਸਤੇ ਸਭ ਤੋਂ ਵੱਡਾ ਅਦਾਰਾ ਇਹੀ ਹੈ। ਸ਼ਹੀਦ ਪਰਿਵਾਰਾਂ ਦੇ ਵਾਸਤੇ ਅਸੀਂ ਕਰੀਬ 5-6 ਸਾਲਾਂ ਤੋਂ ਸ਼ਹੀਦ ਸੰਯੋਗ ਸੰਮੇਲਨ ਕਰਾਉਂਦੇ ਆ ਰਹੇ ਹਾਂ। ਤੇ ਜਿਹੜੇ ਸਾਡੀ ਲਿਸਟ ਸੀ 150-200 ਬੰਦੇ ਦੀ, ਉਹ ਅਸੀਂ ਸਾਰਿਆਂ ਨੂੰ ਇੱਕ ਵਾਰੀ ਸਾਰਿਆਂ ਨੂੰ ਜਿਹੜਾ ਮਾਨ ਸਨਮਾਨ ਹੀ ਅਸੀਂ ਉਹ ਦੇ ਦਿੱਤਾ। ਤੇ ਹੁਣ ਅੱਜ ਫਿਰ ਜੋ ਅਸੀਂ ਮਾਨ ਸਨਮਾਨ ਦੇ ਰਹੇ ਹਾਂ, ਫਿਰ ਦੁਬਾਰਾ ਪਹਿਲੇ ਜਿੱਦਾਂ ਅਸੀਂ ਪਹਿਲੇ ਐਂਡ ਤੇ ਚੱਲ ਗਏ, ਅੱਜ ਫਿਰ ਪਹਿਲੇ 1 ਨੰਬਰ ਤੋਂ ਚੱਲੇ ਹਾਂ। ਤੇ ਅੱਜ ਜਿਹੜੇ ਅਸੀਂ 20-25 ਪਰਿਵਾਰਾਂ ਨੂੰ ਸਨਮਾਨਿਤ ਕਰਨਾ, ਜਿਹੜਾ ਉਹਨਾਂ ਨੂੰ ਦੇਣ ਵਾਸਤੇ ਸਮੱਗਰੀ ਆਈ ਹੈ, ਉਹ ਅੱਜ ਫਿਰ ਪੰਜਾਬ ਕੇਸਰੀ ਅਖਬਾਰ ਦੇ ਸਹਿਯੋਗ ਨਾਲ ਹੀ ਤੁਹਾਡੇ ਤੱਕ ਉਹ ਪਹੁੰਚੀ ਹੈ। ਤੇ ਅਸੀਂ ਇੱਕ ਰੀਣੀ ਆ ਬਾਊ ਜੀ ਹੁਣਾਂ ਦੇ ਵੀ ਜਿਹੜਾ ਸਾਨੂੰ ਇੰਨਾ ਵੱਡਾ ਸਹਿਯੋਗ ਸਾਨੂੰ ਮਿਲਦਾ ਹੀ, ਸਾਡਾ ਵੀ ਮਨ ਕਰਦਾ ਹੀ ਵੀ ਯਾਰ ਜਿੱਦਾਂ ਬਾਕੀ ਫੋਰਸਾਂ ਦੇ ਜਵਾਨ ਹੱਸਦੇ ਖੇਡਦੇ ਆ, ਸਾਰੀਆਂ ਫੈਸਿਲਿਟੀਆਂ ਮਿਲਦੀਆਂ, ਤੇ ਅਸੀਂ ਆਪਣੇ ਜਵਾਨਾਂ ਨੂੰ ਵੀ ਇਦਾਂ ਹੀ ਫੈਸਿਲਿਟੀਆਂ ਦਵਾਈਏ। ਸਾਡੇ ਕੁਝ ਸ਼ਹੀਦ ਪਰਿਵਾਰਾਂ ਦੀਆਂ ਕੁਝ ਹੈਗੀਆਂ ਪ੍ਰੋਬਲਮਾਂ, ਜਿੱਦਾਂ ਭਰਤੀ ਦੇ ਕੇਸ ਹੈ, ਕਿਸੇ ਨੂੰ ਜਦੋਂ ਬੰਦਾ ਸ਼ਹੀਦ ਹੁੰਦਾ, ਕਈ ਪਰਿਵਾਰ ਸਾਡੇ ਵਿੱਚ ਇਦਾਂ ਦੇ ਆਏ ਆ, ਕੁਝ ਜਿਹੜੇ ਜਵਾਨ ਛੁੱਟੀ ਤੇ ਆਏ ਸੀ, ਛੁੱਟੀ ਤੋਂ ਵਿਆਹ ਕਰਾ ਕੇ ਵਾਪਸ ਚਲ ਗਏ, ਤੇ ਘਰ ਵਿਚਾਰੇ ਵਾਪਸ ਨਹੀਂ ਆਏ, ਤੇ ਉਹ ਸ਼ਹੀਦ ਹੋ ਗਏ। ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਦੇ ਘਰ ਬੱਚਿਆਂ ਨੇ ਜਨਮ ਲਏ, ਪਰ ਇੰਨਾ ਟਾਈਮ ਹੰਢਾਉਣਾ ਬੜਾ ਔਖਾ ਹੋ ਜਾਂਦਾ। ਜਦੋਂ ਬੱਚੇ ਨੇ ਜਨਮ ਲਿਆ, ਬੱਚਾ ਕਿਸੇ ਦਾ 2 ਮਹੀਨੇ ਦਾ, ਕਿਸੇ ਦਾ ਸਾਲ ਦਾ, ਕਿਸੇ ਦਾ 4 ਦਿਨਾਂ ਦਾ, ਤੇ ਉਸ ਟਾਈਮ ਕੁਝ ਪਰਿਵਾਰਾਂ ਨੂੰ ਸ਼ਹੀਦ ਦੀ ਵਾਈਫ ਨੂੰ ਜੌਬ ਮਿਲ ਗਈ। ਉਹ ਬੱਚਾ ਜਦੋਂ ਵੱਡਾ ਹੁੰਦਾ ਤੇ ਬੱਚੇ ਨੂੰ ਅਸੀਂ ਜੌਬ ਨਹੀਂ ਦੇ ਸਕਦੇ, ਕਿਉਂ ਸਰਕਾਰ ਦੇ ਕੋਈ ਰੂਲ ਇੱਦਾਂ ਦੇ ਆ ਕਿ ਇੱਕ ਘਰ ਵਿੱਚ ਇੱਕ ਜੌਬ ਹੈ। ਤੇ ਮੈਂ ਉਹ ਬੇਨਤੀ ਕਰਦਾ ਬਾਊ ਜੀ ਹੁਣਾਂ ਨੂੰ ਵੀ, DIG ਸਾਹਿਬ ਨੂੰ ਵੀ
ਇਹਦੇ ਤੇ ਵੀ ਕੋਈ ਪ੍ਰਪੋਜ਼ਲ ਐਦਾਂ ਦਾ ਚਲਾਇਆ ਜਾਵੇ ਵੀ ਜੇ ਉਹਦੀ ਮਦਰ ਉਦੋਂ ਜੇ ਜੌਬ ਨਹੀਂ ਕਰਦੀ ਸੀ ਤੇ ਫਿਰ ਉਹ ਗੁਜ਼ਾਰਾ ਨਹੀਂ ਹੁੰਦਾ ਸੀ, ਤੇ ਜੇ ਅੱਜ ਉਹ ਬੱਚਾ ਤਗੜਾ ਹੋਇਆ ਤੇ ਉਹ ਬੱਚੇ ਨੂੰ ਵੀ ਨਾ ਜੌਬ ਦਿੱਤੀ ਜਾਵੇ, ਭਾਵੇਂ CRP 'ਚ ਹੋਵੇ, ਭਾਵੇਂ ਉਹ ਸਟੇਟ ਗਵਰਨਮੈਂਟ 'ਚ ਹੋਵੇ। ਕੋਈ ਬੱਚੇ ਨੇ ਤੇ ਬਾਪ ਦਾ ਪਿਆਰ ਵੇਖਿਆ ਹੀ ਨਹੀਂ, ਤੇ ਸਭ ਤੋਂ ਵੱਡਾ ਪਿਆਰ ਜਾਂ ਆਸ਼ੀਰਵਾਦ ਅਸੀਂ ਇਹੀ ਸਮਝਦੇ ਹਾਂ ਕਿ ਜੇ ਉਹ ਬੱਚੇ ਨੂੰ ਜੌਬ ਮਿਲ ਜੇ। ਪਿਛਲੇ ਦਿਨਾਂ ਵਿੱਚ ਦੀਨਾਨਗਰ ਤੋਂ ਸਾਡਾ ਕੋਈ ਜਵਾਨ CRP ਦਾ ਸ਼ਹੀਦ ਹੋਇਆ ਸੀ। ਉਹਦਾ ਬੱਚਾ ਭਰਤੀ ਵੇਖਣ ਆਉਂਦਾ ਸੀ, 3 ਵਾਰੀ ਉਹਦੇ ਕੋਲੋਂ ਟੈਸਟ ਕਲੀਅਰ ਨਹੀਂ ਹੋਏ, ਕੋ 3 ਵਾਰੀ ਚਾਂਸ ਹੁੰਦਾ, ਤੇ ਤੀਜੀ ਵਾਰੀ ਉਹਦੀ ਫਾਈਲ ਹੋ ਗਈ ਬੰਦ। ਫਿਰ ਉਹ ਬੱਚਾ ਬੜਾ ਜਵਾਨ ਸੀ, ਉਹਦੀ ਮਦਰ ਲੈ ਕੇ ਇੱਥੇ DIG ਸਾਹਿਬ ਕੋਲ ਪਹੁੰਚੇ। DIG ਸਾਹਿਬ ਮੈਨੂੰ ਹੁਕਮ ਦਿੱਤਾ ਵੀ ਤੁਸੀਂ ਇਹ ਫਾਈਲ ਲੈ ਕੇ ਦਿੱਲੀ ਜਾਓ। ਤੇ ਉਸ ਟਾਈਮ ਤੇ ਉੱਥੇ ਸਾਹਿਬ ਪਾਂਡੇ ਸਾਹਿਬ IG ਗਏ ਹੈੱਡਕੁਆਟਰ, ਉਹਨਾਂ ਨੂੰ ਮੈਨੂੰ DIG ਸਾਹਿਬ ਨੇ ਹੁਕਮ ਦਿੱਤਾ ਸੀ ਉਹਨਾਂ ਨੂੰ ਜਾ ਕੇ ਮਿਲਿਓ ਤੁਸੀਂ। ਤੇ ਉਹਨਾਂ ਨੂੰ ਮੈਂ ਜਾ ਕੇ ਬੇਨਤੀ ਕੀਤੀ, ਦੱਸਿਆ, ਮੈਂ ਕਿਹਾ ਸਾਰਾ ਘਰ ਦੀ ਆਹ ਪੋਜੀਸ਼ਨ ਹੈ ਤੇ ਇਹਦੀ ਫਾਈਲ ਬੰਦ ਹੋ ਗਈ ਹੈ, ਬੱਚਾ ਬੜਾ ਫਿੱਟ ਹੈ, ਤੇ ਕਿਤੇ ਕਲੈਰੀਕਲ ਸਟਾਫ ਦੀ ਮਿਸਟੇਕ ਹੋ ਗਈ ਹੈ, ਉਹਦੇ ਕਰਕੇ ਬੱਚਾ ਰਹਿ ਗਿਆ। ਉਹਨਾਂ ਨੇ ਫਾਈਲ ਮੰਗਾਈ, ਦੇਖਿਆ ਉਹ ਵਾਕਿਆ ਹੀ ਉਹ ਕਿਤੇ ਮਿਸਟੇਕ ਕੋਈ ਕਲੈਰੀਕਲ ਸਟਾਫ ਦੀ। IG ਸਾਹਿਬ ਨੇ ਬੈਠਿਆ ਹੀ ਕਹਿੰਦੇ ਯਾਰ ਤੁਹਾਡੀ ਮੀਟਿੰਗ ਕਦੋਂ ਹੈ ਦੁਬਾਰਾ ਗਰੁੱਪ ਸੈਂਟਰ 'ਚ? ਮੈਂ ਕਿਹਾ ਸਰ ਹਰ ਮਹੀਨੇ 5 ਤਰੀਕ ਨੂੰ ਹੁੰਦੀ ਹੈ। ਉਹਨਾਂ ਨੇ ਨਾਲ ਹੀ DIG ਸਾਹਿਬ ਨੂੰ ਉੱਥੇ ਫੋਨ ਲਾਇਆ, ਕਹਿੰਦੇ ਯਾਰ ਮੈਂ ਸੁਨੀਲ ਤੁਹਾਡੀ ਮੀਟਿੰਗ ਵਿੱਚ ਪਹੁੰਚਾਂਗਾ 5 ਤਰੀਕ ਵਾਲੀ 'ਚ ਸ਼ਹੀਦ ਪਰਿਵਾਰਾਂ ਦਾ, ਉੱਥੇ ਸ਼ਹੀਦ ਪਰਿਵਾਰ ਹੀ ਓਨਲੀ ਇਕੱਠੇ ਕਰੋ। ਕਹਿੰਦੇ ਓਕੇ ਸਰ। ਨੈਕਸਟ ਮੀਟਿੰਗ ਤੇ IG ਸਾਹਿਬ ਇੱਥੇ ਆਏ, ਉਹ ਬੱਚੇ ਨੂੰ ਵੀ ਅਸੀਂ ਸਪੈਸ਼ਲੀ ਬੁਲਾਇਆ ਸੀ। ਉਹ ਬੱਚਾ ਦੇਖਿਆ ਬੜਾ ਕੁਆਟਰ ਗਾਰਡ, ਜਿੱਦਾਂ ਸਾਡੀ ਭਾਸ਼ਾ ਵੀ ਕੁਆਟਰ ਗਾਰਡ ਚੜ੍ਹਨ ਵਾਲਾ ਜਵਾਨ ਸੀ, ਉੱਚਾ ਲੰਬਾ। ਤੇ ਉਹਨੂੰ ਵੇਖ ਕੇ ਕਹਿੰਦੇ ਵੀ ਯਾਰ ਇਹ ਬੱਚਾ ਰਹਿ ਕਿੱਦਾਂ ਗਿਆ? ਕਹਿੰਦੇ ਚਲੋ ਕੋਈ ਗੱਲ ਨਹੀਂ। ਉਹਨਾਂ ਨੇ ਨਾਲ ਹੀ ਇੱਥੇ DIG ਸਾਹਿਬ ਨੂੰ ਕਹਿਤਾ ਕਿ ਆਹ ਬੋਰਡ ਡਿਟੇਲ ਕੀਤਾ ਤੇ ਇਹਦੀਆਂ ਫਾਰਮੈਲਿਟੀਆਂ ਕਰੋ, ਬੱਚੇ ਦਾ ਦੁਬਾਰਾ ਟੈਸਟ ਲਾਓ। ਉਹ ਬੱਚਾ ਕਲੀਅਰ ਹੋ ਗਿਆ ਤੇ ਅੱਜ ਉਹਨੂੰ ਜੌਬ ਮਿਲ ਗਈ। ਇੱਦਾਂ ਹੀ ਪਠਾਨਕੋਟ ਵਿੱਚ ਜ਼ਿਲ੍ਹੇ ਪਹੁੰਚੇ, ਉੱਥੇ ਮੀਟਿੰਗ ਰੱਖੀ, ਉੱਥੇ ਆਲੇ ਦੁਆਲੇ ਲੋਕਾਂ ਨੂੰ ਸੱਦਿਆ। ਜਿਹੜੀ ਅੱਜ ਵੀ ਲੋਕਾਂ 'ਚੋਂ ਸਰ ਆਵਾਜ਼ ਆਈ ਹੈ ਵੀ ਜਿਹੜੀਆਂ ਛੋਟੀਆਂ ਮੀਟਿੰਗਾਂ ਆਪਾਂ ਜ਼ਿਲ੍ਹਾ ਵਾਈਜ਼ ਕਰਦੇ ਸੀ ਨਾ, ਵੀ ਉਹ ਉਹਨਾਂ ਕੀਤੀਆਂ ਜਾਣ, ਜਿੱਦਾਂ ਕੰਟੀਨ ਵਗੈਰਾ ਵੀ ਕੋਈ ਵਿਡੋ ਜਾਂ ਬਜ਼ੁਰਗ ਲੋਕ ਨਹੀਂ ਆ ਸਕਦੇ, ਤੇ ਵੀ ਉਹ ਕਿਤੇ ਥੋੜਾ ਨਾ ਵੀ ਪਿੰਡਾਂ ਵਿੱਚ ਉਹ ਜਿਹੜੀ ਕੰਟੀਨ ਚਲਾਈ ਜਾਵੇ। ਤੇ ਮੈਂ ਕਿਹਾ ਵੀ ਉਹ ਸਾਹਿਬ ਨੇ ਤੇ ਇਜਾਜ਼ਤ ਪਹਿਲਾਂ ਵੀ ਦਿੱਤੀ ਸੀ, ਪਰ ਪਹਿਲਾਂ ਜਦੋਂ ਸਰ ਪਠਾਨਕੋਟ ਸੀ ਅਸ਼ੋਕ ਕੁਮਾਰ ਦੇ ਗਏ ਸੀ ਉਦੋਂ ਤੁਸੀਂ ਇਜਾਜ਼ਤ ਦੇ ਦਿੱਤੀ ਸੀ, ਪਰ ਉਹ ਬਾਅਦ 'ਚ ਕਰੋਨਾ ਟਾਈਪ ਆ ਗਿਆ, ਫਿਰ ਉਹ ਨਹੀਂ ਅਸੀਂ ਚਲਾ ਸਕੇ। ਤੇ ਉਹ ਵੀ ਅਸੀਂ ਬੇਨਤੀ DIG ਸਾਹਿਬ ਨੂੰ ਕਰਾਂਗੇ ਵੀ ਉਹ ਜੇ ਆਪਾਂ ਛੋਟੀਆਂ ਕੰਟੀਨ ਲੈ ਕੇ ਜਾਵਾਂਗੇ, ਭਾਵੇਂ ਮਹੀਨੇ 'ਚ ਇੱਕ ਵਾਰੀ ਜਮ੍ਹਾਂ ਕਰਾਂਗੇ ਇੱਕ ਪਿੰਡ 'ਚ, ਫਿਰ ਦੂਜੇ 'ਚ, ਫਿਰ ਚਲੋ ਜਿਹੜਾ ਕੋਈ ਸਮਾਨ ਆ ਉਹ ਆਪਣਾ ਲੈ ਲੈਣੀ ਹੈ ਜੀ। ਤੇ ਉਹ ਚਲੋ ਸਾਨੂੰ ਥੋੜਾ ਪਰਿਵਾਰਾਂ ਨੂੰ ਥੋੜਾ ਸਹਾਰਾ ਹੋ ਜਾਂਦਾ, ਕਿਉਂ ਜਿਹੜਾ ਡਰੌਲੀ ਵਾਲਾ ਸਰ ਏਰੀਆ ਨਾ ਆਦਮਪੁਰ, ਇੱਧਰ ਇੱਕ ਪਿੰਡ ਵਿੱਚ 70 ਪਰਿਵਾਰ ਹੈ ਕਰੀਬ, ਤੇ ਪਠਾਨਕੋਟ ਦਾ ਏਰੀਆ ਹੀ। ਅਸੀਂ ਥੋੜਾ ਤੁਹਾਡੇ ਪਲਾਨ ਨਾਲ ਚਲਾਂਗੇ ਤੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਹ ਹਿਸਾਬ ਨਾਲ ਚਲਾਂਗੇ ਜੀ। ਤੇ ਉਹ ਪਠਾਨਕੋਟ ਮੀਟਿੰਗ ਰੱਖੀ, ਉੱਥੇ 26-27 ਐਪਲੀਕੇਸ਼ਨਾਂ ਆਈਆਂ ਕਿ ਜਿਨ੍ਹਾਂ ਦੇ ਬੰਦੇ ਸ਼ਹੀਦ ਹੋਏ ਸੀ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਅੱਗੇ ਕਰਨਾ ਕੀ ਹੈ। ਤੇ ਜਦੋਂ DIG ਸਾਹਿਬ ਨੇ ਸਾਰਾ ਕੁਝ ਦੇਖਿਆ ਤੇ ਉੱਥੇ ਹੀ ਉਹ ਜਿੱਦਾਂ ਬੈਠੇ ਹੀ ਇੱਕ ਦਿਨ ਦੀ ਅਦਾਲਤ ਵਾਂਗੂ ਕੰਪਿਊਟਰ 'ਚ ਉੱਥੇ ਸਾਰਾ ਕੁਝ ਕਰੀ ਜਾਂਦੇ ਸੀ। ਸਾਡੇ ਅਫਸਰ ਸਾਹਿਬਾਨਾਂ ਦੀ ਜਿੱਦਾਂ ਅੱਜ ਸਾਨੂੰ DIG ਸਾਹਿਬ ਤੇ ਮਾਣ ਹੈ, ਇੱਦਾਂ ਹੀ ਸਾਡਾ ਮਾਣ ਕਾਇਮ ਰਿਹਾ। ਉਹਨਾਂ ਨੇ ਐਪਲੀਕੇਸ਼ਨਾਂ ਭੇਜੀਆਂ, ਸੇਮ ਚੌਥੇ 5ਵੇਂ ਦਿਨ ਪਰਮਿਸ਼ਨ ਆ ਗਈ ਕਿ ਇਹਨਾਂ ਦੇ ਟੈਸਟ ਲਵੋ, ਤੇ ਉਹ 10-15-20 ਦਿਨਾਂ ਵਿੱਚ ਹੀ 22 ਬੰਦਿਆਂ ਨੂੰ ਪਰਮਿਸ਼ਨ ਮਿਲੀ ਤੇ 22 ਬੰਦਿਆਂ ਨੂੰ ਜੌਬ ਮਿਲੀ। ਕਿ ਸਾਡੇ ਜਿਹੜੇ ਮਹਿਕਮੇ ਦੇ ਅਫਸਰ
ਸਾਹਿਬ ਹੈ, ਅਫਸਰ ਸਾਹਿਬਾਨ ਹੈ, ਜਲੰਧਰ ਗਰੁੱਪ ਸੈਂਟਰ ਖਾਸ ਕਰਕੇ। ਬਾਕੀ ਗਰੁੱਪਾਂ 'ਚੋਂ ਅਸੀਂ ਸੁਣੀਦਾ ਹੀ ਕਿ ਅਸੀਂ ਐਪਲੀਕੇਸ਼ਨ ਦਿੱਤੀ ਆ, ਸਾਡਾ ਕੋਈ ਜਵਾਬ ਨਹੀਂ ਆਉਂਦਾ। ਪਰ ਜਲੰਧਰ ਗਰੁੱਪ ਸੈਂਟਰ ਦਾ 15 ਦਿਨ ਤੋਂ ਵੱਧ ਅਸੀਂ ਕਦੀ ਕੋਈ ਐਪਲੀਕੇਸ਼ਨ ਨਹੀਂ ਦੇਖੀ ਦੀ ਵੱਧ। ਜੇ ਹੋਣਾ ਤਾਂ ਵੀ ਜੈਸਾ ਵੀ ਇਹ ਹੋ ਜਾਏਗਾ, ਜੇ ਨਹੀਂ ਹੋਣਾ ਤਾਂ ਵੀ ਉਹਨੂੰ ਦੱਸ ਦੇਣਗੇ ਵੀ ਆਹ ਤੁਸੀਂ ਆਪਣੀਆਂ ਫਾਰਮੈਲਿਟੀਆਂ ਪੂਰੀਆਂ ਕਰੋ ਤੇ ਫਿਰ ਤੁਹਾਨੂੰ ਆਪਾਂ ਜਿਹੜਾ ਨੈਕਸਟ ਤੁਹਾਡਾ ਸਟੈਪ ਦੇਖਦੇ ਹਾਂ। ਵੀ ਸਾਨੂੰ ਅਸੀਂ ਬਹੁਤ ਖੁਸ਼ ਹੈ ਇਸ ਗੱਲ ਤੇ। ਸਾਡੇ ਇਲਾਕੇ ਦੇ MLA ਸਾਹਿਬ ਰਮਨ ਅਰੋੜਾ ਜੀ ਸਾਡੀ ਮੀਟਿੰਗ ਵਿੱਚ 4 ਚੰਨ ਲਾਏ ਆ, ਉਹਨਾਂ ਨੇ ਵੈਲਕਮ ਜੀ ਆਇਆ, ਬਹੁਤ ਬਹੁਤ ਧੰਨਵਾਦ। ਆਪ ਦੀ ਸਰਕਾਰ ਦਾ, MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਅੱਜ ਇੱਕ ਸਾਡੇ ਛੋਟੇ ਜਿਹੇ ਫੰਕਸ਼ਨ 'ਚ ਛੋਟੇ ਜਿਹੇ ਸੱਦੇ ਤੇ ਇਹਨਾਂ ਨੇ ਆਪਣਾ ਟਾਈਮ ਕੱਢ ਕੇ ਤੇ ਪਹੁੰਚੇ ਹੈ। ਕਿਉਂ ਸ਼ਹਿਰ 'ਚ ਇਹਨਾਂ ਦਾ ਰੁਝੇਵਾਂ ਵੀ ਬਹੁਤ ਜ਼ਿਆਦਾ ਹੈ ਤੇ ਸਾਰੀ ਦਿਹਾੜੀ ਗਲੀਆਂ ਤੇ ਸੜਕਾਂ ਤੇ ਹੀ ਰਹਿੰਦੇ ਆ, ਸਾਰੀ ਦਿਹਾੜੀ ਲੋਕਾਂ ਦੀ ਸੇਵਾ ਸੀ। ਤੇ ਬੇਨਤੀ ਕੀਤੀ ਕਿ ਬਾਊ ਜੀ ਐਰਕਾ ਸਾਡੇ ਫੰਕਸ਼ਨ 'ਤੇ ਵੀ ਜ਼ਰੂਰ ਆਵੋ। ਤੇ ਸਾਨੂੰ ਬਹੁਤ ਚੰਗਾ ਲੱਗਾ ਕਿ ਇੱਥੇ ਇਹਨਾਂ ਦਾ ਪਹੁੰਚਣ ਤੇ ਸਾਡਿਆਂ ਪਰਿਵਾਰਾਂ ਨੂੰ ਮਿਲਣ ਤੇ ਅਸੀਂ ਇਹਨਾਂ ਦਾ ਆਪਣੀ ਐਸੋਸੀਏਸ਼ਨ ਵੱਲੋਂ ਜੀ ਆਇਆਂ ਕਰਦੇ ਹਾਂ। ਧੰਨਵਾਦ। ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਛੋਟੀਆਂ ਛੋਟੀਆਂ ਹੀ ਹੁੰਦੀਆਂ ਸੀ, ਪਰ ਉਹ ਰਿਜ਼ਲਟ ਵੱਡੇ ਦੇ ਦਿੰਦੀਆਂ ਸੀ। ਤੇ ਸਾਨੂੰ ਬਹੁਤ ਇਹ ਚੀਜ਼ਾਂ ਤੇ ਜਲੰਧਰ ਵਿੱਚ ਖਾਸ ਕਰਕੇ ਮਾਣ ਹੈ, ਗਰੁੱਪ ਸੈਂਟਰ ਤੇ ਵੀ ਤੇ ਬਾਊ ਜੀ ਤੇ ਵੀ, ਕਿ ਸਾਡੀ ਕਿਸੇ ਵੀ ਜਵਾਨ ਦੀ ਕੋਈ ਸਮੱਸਿਆ ਜੀ ਆਉਂਦੀ ਹੈ ਤੇ ਉਹ ਪਹਿਲ ਦੇ ਆਧਾਰ ਤੇ ਸਾਡੀ ਹੁੰਦੀ ਹੈ। ਇੱਕ ਬਾਊ ਜੀ ਜਿਹੜੀਆਂ ਸਾਡੀਆਂ ਜਿੱਦਾਂ ਵਿਡੋ ਜੌਬ ਕਰਦੀਆਂ ਗਈ ਪੰਜਾਬ ਗੌਰਮੈਂਟ 'ਚ ਵੀ, ਉਹਦੇ ਤੇ ਆਰਡਰ ਤੇ ਹੈਗੇ ਆ ਵੀ ਉਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਜ਼ਿਆਦਾ ਉੱਧਰ ਆਧਰ ਨਾ ਕੀਤੀ ਜਾਵੇ, ਵੀ ਜਿਹੜੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਤਕਰੀਬਨ ਵੀ ਘਰ ਦੇ ਨੇੜੇ ਰੱਖਿਆ ਜਾਵੇ, ਵੀ ਚੱਲ ਨਾਲ ਆਪਣੇ ਮਾਂ ਪਿਓ ਦਾ ਧਿਆਨ ਰੱਖ ਲੈਂਦੇ ਆ। ਪਰ ਉਹ ਕਿਤੇ ਨਾ ਕਿਤੇ ਉਹ ਹੋ ਜਾਂਦੀਆਂ ਹੀ ਪੋਸਟਿੰਗਾਂ ਉੱਧਰ ਵਗੈਰਾ, ਕਿਤੇ ਇਹ ਕਿਤੇ ਚੱਲੀ ਕਿਤੇ ਗੱਲ ਤੇ ਜ਼ਰੂਰ ਬਾਊ ਜੀ ਇਹ ਗੱਲ ਤੇ ਥੋੜਾ ਰੱਖਿਓ ਕਿ ਉਹ ਪੰਜਾਬ ਸਰਕਾਰ ਦੇ ਹੱਥ ਹੈ ਤੇ ਇਹ ਫਿਰ ਕੋਈ ਮਸਲਾ ਹੱਲ ਹੋ ਸਕਦਾ। ਵੀ ਜਿਹੜੀਆਂ ਵਿਡੋ ਹੈ ਇਹਨਾਂ ਨੂੰ ਉੱਥੇ ਹੀ ਰੱਖਿਆ ਜਾਵੇ ਜਿਹੜੀ ਨੇੜੇ ਆ। ਅੱਜ ਸਾਡੀ ਸਰਕਾਰ ਵੀ ਸਾਡੇ ਨਾਲ ਬੈਠੀ ਆ ਆਪ ਦੀ, ਤੇ ਅਸੀਂ ਬੇਨਤੀ ਕਰਦੇ ਆ ਕਿਉਂ ਇਹਨਾਂ ਦੀਆਂ ਜ਼ਿਆਦਾ ਮੌਕਾ ਵੀ ਇਹਨਾਂ ਨੂੰ ਮਿਲਦਾ ਕਿ ਜਿਹੜੀਆਂ ਵਿਡੋ ਵਿਚਾਰੀਆਂ ਨਾ ਜੀ, ਇਹਨਾਂ ਦਾ ਬੱਚੇ ਵੀ ਸਾਹਮਣੇ, ਘਰ ਵੀ ਸਾਂਭਣਾ, ਜੌਬ ਵੀ ਕਰਨੀ, ਖੁਸ਼ ਹੈ, ਉਹ ਹੈਪੀ ਹੈ ਕਿ ਅਸੀਂ ਜੌਬ ਕਰ ਰਹੀ ਹਾਂ, ਪਰ ਥੋੜੀਆਂ ਜਿਹੀਆਂ ਉਹਨਾਂ ਦੀਆਂ ਛੋਟੀਆਂ ਛੋਟੀਆਂ ਮਜਬੂਰੀਆਂ ਹੁੰਦੀਆਂ ਹੈ। ਤੇ ਇਹ ਚੀਜ਼ਾਂ ਤੇ ਜਿਹੜੇ ਕਿਤੇ ਮੀਟਿੰਗਾਂ ਹੋਣ ਤੇ ਇਹ ਜ਼ਰੂਰ ਇੰਨਾ ਕੁ ਅਸ਼ੀਰਵਾਦ ਰੱਖਿਓ। ਤੇ ਮੈਂ ਸ਼ਹੀਦ ਪਰਿਵਾਰਾਂ ਤੇ ਬੇਨਤੀ ਕਰਨ ਜਾ ਰਹੀ, ਸ਼ਹੀਦ ਹੀ ਸਾਡਾ ਸਰਮਾਇਆ ਹੀ, ਸਾਰਾ ਕੁਝ ਹੀ ਸਾਡਾ ਸ਼ਹੀਦ ਆ ਜੋ ਅੱਜ ਅਸੀਂ ਦਿਨ ਇੱਥੇ ਰੱਖਿਆ ਹੈ। ਤੇ ਜਿੱਦਾਂ ਪਹਿਲਾਂ ਵੀ ਮੈਂ ਦੱਸ ਚੁੱਕਾ ਕਿ ਸਤਨਾਮ ਸੈਣੀ ਜਦੋਂ ਗਾ ਰਿਹਾ ਸੀ ਤੇ ਅੱਧੀ ਦੁਨੀਆ ਦੇ ਪਾਣੀ ਆ ਗਿਆ ਸੀ, ਵੀ ਸ਼ਹੀਦ ਦਾ ਸਤਿਕਾਰ ਐਡਾ ਵੱਡਾ ਹੈ। ਤੇ ਉਹਨਾਂ ਦਾ ਸਤਿਕਾਰ ਵਾਸਤੇ ਅੱਜ ਬਾਊ ਜੀ, ਸਾਡੀ ਪੰਜਾਬ ਸਰਕਾਰ, ਸਾਡੇ DIG ਸਾਹਿਬ, ਸਾਡੀਆਂ ਤਿੰਨੇ ਹੀ ਪਾਵਰਾਂ ਸਾਡੇ ਕੋਲ ਅੱਜ ਮੌਜੂਦ ਹੈ। ਇੰਨਾ ਹੀ ਬਹੁਤ ਵੱਡਾ ਆਸ਼ੀਰਵਾਦ ਹੁੰਦਾ ਹੈ ਕਿ ਐਡੀਆਂ ਪਾਵਰਾਂ ਦੇ ਜਦੋਂ ਆਪਾਂ ਦਰਸ਼ਨ ਕਰ ਲੈਂਦੇ ਆ, ਕੰਮ ਤੇ ਫਿਰ ਆਪੇ ਹੀ ਹੋ ਜਾਂਦੇ ਆ ਸਾਰੇ। ਤੇ ਸਾਨੂੰ ਇਸ ਗੱਲ ਤੇ ਬਹੁਤ ਮਾਣ ਹੈ ਤੇ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਵੀ ਕਰਦਾ, ਜੀਆਂ ਵੀ ਕਰਦੇ ਆ। ਤੇ ਗਾਂ ਨੂੰ ਵੀ ਅਸੀਂ ਇੱਦਾਂ ਹੀ ਇਹ ਫੰਕਸ਼ਨ ਹੋਰ ਵਧੀਆ ਤਰੀਕੇ ਨਾਲ ਆਯੋਜਿਤ ਕਰਾਂਗੇ ਦੀਵਾਲੀ ਦੇ ਨੇੜੇ ਤੇੜੇ। ਫਿਰ ਅਸੀਂ MLA ਸਾਹਿਬ ਤੋਂ ਵੀ ਥੋੜ੍ਹੀਆਂ ਸੇਵਾਵਾਂ ਲਵਾਂਗੇ, ਕਿਉਂ ਇਹਨਾਂ ਦੀ ਸਰਕਾਰ ਤੋਂ ਵੀ ਕੰਮ ਥੋੜ੍ਹੇ ਹੈਗੇ ਲੈਣ ਵਾਲੇ, ਲੈਣੇ ਅਸੀਂ ਬਾਊ ਜੀ ਕੋ ਸ਼ਹੀਦਾਂ ਲਈ ਆ ਜਾਂ ਹੋਰ ਥਾਂ ਲਈ। ਤੇ ਉਹ ਸਾਡਾ ਥੋੜ੍ਹਾ ਜਿਹਾ ਸਾਨੂੰ ਵੀ ਮਾਣ ਹੁੰਦਾ ਵੀ ਅਸੀਂ ਇਹਨਾਂ ਵਿਚਾਰਿਆਂ ਨੂੰ ਵੀ ਕੁਝ ਦੇ ਦਈਏ। ਤੇ ਮੈਂ ਹੁਣ ਅਗਲੀ ਬੇਨਤੀ ਕਰਦਾ, ਸਾਡੇ ਇਲਾਕੇ ਦੇ MLA ਸ਼੍ਰੀ ਰਮਨ ਅਰੋੜਾ ਜੀ
ਵੀ ਆਪਣੇ ਚੰਨ ਸ਼ਬਦ ਵਿਚਾਰ, ਸਮਾਂ ਚੇਂਜ ਹੋਇਆ, ਸਰਕਾਰਾਂ ਚੇਂਜ ਹੋਈਆਂ ਤੇ ਹਰ ਬੰਦਾ ਨਵੀਂ ਚੀਜ਼ ਸੁਣਨੀ ਪਸੰਦ ਕਰਦੇ ਆ ਤੇ ਸਾਨੂੰ ਅਤੀ ਵੀ ਖੁਸ਼ੀ ਹੋਈ ਅੱਜ ਕਿ ਇਹਨਾਂ ਨੇ ਇੱਥੇ ਚੰਨ ਲਾਏ ਆ। ਵੈਲਕਮ ਜੀ ਆਇਆਂ ਨੂੰ। ਮਾਨਯੋਗ ਸਾਡੇ ਹਿੰਦੁਸਤਾਨ ਦੀ ਸ਼ਾਨ ਪਦਮ ਸ਼੍ਰੀ ਵਿਜੇ ਚੋਪੜਾ ਜੀ ਬਾਊ ਜੀ, ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਮੈਂ ਅੱਜ ਇੱਥੇ ਪਹੁੰਚਿਆ। ਨਾਲ ਬੈਠੇ ਸਾਰੇ ਤੇ ਸੱਜਣਾਂ ਨੂੰ ਜੈ ਹਿੰਦ। ਮੈਨੂੰ ਬਹੁਤਾ ਗਿਆਨ ਤਾਂ ਨਹੀਂ ਹੈ ਇਸ ਵਿਸ਼ੇ ਬਾਰੇ ਵੀ, ਪਰ ਫਿਰ ਵੀ DIG ਸਾਹਿਬ ਮਾਨਰੇਟ ਦੇ ਗਰੁੱਪ ਦੇ ਸੈਂਟਰ ਤੋਂ ਬੇਨਤੀ ਇਹ ਆ ਕਿ ਬਹੁਤਾ ਮੈਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈ, ਪਰ ਮੈਂ ਇਹਨਾਂ ਨੂੰ ਤੁਹਾਨੂੰ ਵਾਅਦਾ ਇਸ ਚੀਜ਼ 'ਤੇ ਜ਼ਰੂਰ ਦਿੰਦਾ ਵੀ ਤੁਹਾਡੀਆਂ ਕੋਈ ਵੀ ਮੁਸ਼ਕਲਾਵਾਂ ਹੋਣਗੀਆਂ ਮੇਰੇ ਵੀਰਾਂ ਦੀਆਂ, ਉਹ ਪਹਿਲ ਦੇ ਆਧਾਰ ਦੇ ਉੱਤੇ ਮੈਂ ਉਹਨਾਂ ਨੂੰ ਠੀਕ ਕਰਾਂਗਾ। ਔਰ ਜਿਸ ਤਰ੍ਹਾਂ ਕਿ ਵੀਰ ਜੀ ਨੇ ਦੱਸਿਆ ਕਿ ਸਾਡੇ ਜਿਹੜੇ ਸ਼ਹੀਦ ਹੈ ਇਹ ਸਾਡਾ ਸਹੀ ਸਰਮਾਇਆ ਹੈ। ਜੇ ਅੱਜ ਸਾਡੇ ਉਹ ਵੀਰ ਸ਼ਹੀਦ ਨਾ ਹੁੰਦੇ ਤੇ ਸ਼ਾਇਦ ਅਸੀਂ ਅੱਜ ਇੰਨੀ ਖੁੱਲੀ ਹਵਾ ਦੇ ਵਿੱਚ ਸਾਹ ਨਾ ਲੈ ਪਾਉਂਦੇ। ਮੈਂ ਤਾਂ ਹਰ ਵੇਲੇ ਇਹਨਾਂ ਨੂੰ ਸਲੂਟ ਕਰਦਾ। ਔਰ ਜੋ ਸਾਡੇ ਮਾਨਯੋਗ ਬਾਊ ਜੀ ਨੇ ਸ਼ਹੀਦ ਪਰਿਵਾਰ ਫੰਡ ਜੋ ਇੰਨੇ ਸਾਲਾਂ ਤੋਂ ਜੋ ਚੱਲਦਾ ਆ ਰਿਹਾ, ਜੋ ਇਹ ਸਮਾਜ ਦੀ ਸੇਵਾ ਕਰ ਰਹੇ ਆ, ਜੋ ਇਹਨਾਂ ਨੇ ਸ਼ਹੀਦ ਦਾ ਸਹੀ ਮਤਲਬ ਸਮਝਿਆ, ਉਹ ਇੱਕੋ ਹੀ ਪਰਿਵਾਰ ਹੈ, ਵਿਜੇ ਚੋਪੜਾ ਜੀ ਦਾ ਪਰਿਵਾਰ। ਮੈਂ ਸਦਾ ਹੀ ਇਸ ਪਰਿਵਾਰ ਦਾ ਰਿਣੀ ਹਾਂ, ਕਿਉਂਕਿ ਇਸ ਪਰਿਵਾਰ ਨੇ ਜੋ ਕਰਕੇ ਦਿਖਾਇਆ ਉਹ ਕੋਈ ਨਹੀਂ ਕਰ ਸਕਦਾ। ਐਸੀਆਂ ਜਗ੍ਹਾਵਾਂ ਦੇ ਉੱਤੇ ਜਾ ਕੇ ਇਹਨਾਂ ਨੇ ਸ਼ਹੀਦ ਪਰਿਵਾਰਾਂ ਨੂੰ ਸਮਾਨ ਭੇਜਿਆ ਜਿੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਉੱਥੇ ਜਾਣ ਵਾਸਤੇ ਵੀ ਲੋਕੀ ਡਰਦੇ ਨੇ। ਇਸ ਸ਼ਹੀਦ ਪਰਿਵਾਰ ਨੇ, ਔਰ ਤੁਹਾਨੂੰ ਤਾਂ ਸਭ ਨੂੰ ਪਤਾ ਹੀ ਹੈ, ਕਹਿਣ ਦੀ ਜ਼ਰੂਰਤ ਨਹੀਂ ਹੈ, ਇਹ ਸ਼ਹੀਦ ਪਰਿਵਾਰ ਹੈ। ਦੋ ਮਹਾਨ ਸੁਪੁੱਤਰ ਸ਼ਹੀਦ ਹੋਏ ਇਸ ਪਰਿਵਾਰ 'ਚ। ਇੰਨਾ ਕੁਝ ਹੋਣ ਦੇ ਬਾਵਜੂਦ ਆਪਣੇ ਪੂਰਵਜਾਂ ਨੂੰ ਸ਼ਹੀਦ ਕਰਾਉਣ ਦੇ ਬਾਵਜੂਦ ਵੀ ਇਹ ਹੌਸਲਾ ਰੱਖਣਾ, ਕਿੰਨੀਆਂ ਧਮਕੀਆਂ ਇਹਨਾਂ ਨੂੰ ਆ ਰਹੀਆਂ ਇਸ ਪਰਿਵਾਰ ਨੂੰ, ਉਹਦੇ ਬਾਵਜੂਦ ਜਿਹੜੇ ਕੰਮ ਕਰ ਲੈਣੇ, ਜੰਮੂ 'ਚ ਤੱਕ ਜਾ ਕੇ ਸਮਾਨ ਵੰਡ ਕੇ ਆਣਾ, ਇਸ ਪਰਿਵਾਰ ਨੂੰ ਹਮੇਸ਼ਾ ਹੀ ਸਾਡਾ, ਖਾਸ ਕਰਕੇ ਸਾਡਾ ਪੰਜਾਬ, ਇਹਨਾਂ ਦਾ ਸਦਾ ਹੀ ਰਿਣੀ ਹੈ। ਔਰ ਮੈਂ ਵੀ ਇਹਨਾਂ ਦੀ ਰਹਿਨੁਮਾਈ ਹੇਠ ਕੰਮ ਕਰਨਾ। ਔਰ ਜੋ ਵੀ ਅੱਜ ਤੱਕ ਮੈਂ ਫਿਰ ਤੁਹਾਨੂੰ ਕਹਿ ਰਿਹਾ, ਅੱਜ ਜੇ ਮੈਂ ਇਸ ਸਥਿਤੀ 'ਤੇ ਪਹੁੰਚਿਆ, ਇਸ ਪਰਿਵਾਰ ਦਾ ਬਹੁਤ ਬੜਾ ਹੱਥ ਹੈ। ਜੋ ਵੀ ਆਪਣੇ ਪਰਿਵਾਰ ਦੀਆਂ, ਜੋ ਵੀ ਮੇਰੇ ਵੀਰਾਂ ਦੀਆਂ ਮੁਸ਼ਕਲਾਵਾਂ ਹੋਣਗੀਆਂ, ਜਿੱਦਾਂ ਵੀਰ ਜੀ ਨੇ ਕਿਹਾ ਕੋਈ ਬਦਲੀ ਦੀ ਕੋਈ ਪ੍ਰੋਬਲਮ ਆ, ਵੀ ਭੈਣਾਂ ਸਾਡੀਆਂ ਦੂਰ ਨਾ ਜਾਣ, ਉਹ ਮੈਂ ਜ਼ਿੰਮੇਵਾਰੀ ਲੈਣਾ ਵੀ ਜੋ ਵੀ ਪੰਜਾਬ ਸਰਕਾਰ ਕੋਲੋਂ ਹੋਊਗਾ ਮੈਂ ਵੱਧ ਤੋਂ ਵੱਧ ਕਰਵਾ ਕੇ ਲੈ ਕੇ ਆਵਾਂਗਾ। ਕੋਈ ਵੀ ਸਾਡਾ ਵੀਰ, ਸਾਡੀਆਂ ਭੈਣਾਂ ਕਿਸੇ ਵੀ ਮੁਸ਼ਕਲ ਦੇ ਵਿੱਚ ਨਹੀਂ ਆਉਣ ਦਿਆਂਗੇ। ਅਸੀਂ ਪ੍ਰਾਇੋਰਟੀ, ਜੇ ਤੁਸੀਂ ਸਾਡੇ ਦੇਸ਼ ਨੂੰ ਸੰਭਾਲ ਕੇ ਰੱਖਿਆ, ਜੇ ਅਸੀਂ ਤੁਹਾਨੂੰ ਨਾ ਸੰਭਾਲ ਕੇ ਰੱਖਿਆ, ਫਿਰ ਸਾਡਾ ਵੀ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ। ਜੋ ਵੀ ਕੰਮ ਹੋਊਗਾ ਤੁਸੀਂ ਵੀਰ ਜੀ ਨੂੰ ਦੱਸ ਦਿਓ, ਉਹ ਸਾਡੇ ਕੋਲ ਜਿਹੜਾ ਕੰਮ ਤੁਹਾਡਾ ਪਹੁੰਚ ਗਿਆ ਸਮਝੋ ਹੋ ਗਿਆ, ਐਦਾਂ ਨਹੀਂ ਕੋਈ ਗੱਲ ਨਹੀਂ। ਜੈ ਹਿੰਦ ਜੀ। ਬਹੁਤ ਬਹੁਤ ਧੰਨਵਾਦ। MLA ਸਾਹਿਬ ਦਾ ਕਹਿਣਾ, ਪੰਜਾਬ ਸਰਕਾਰ ਦਾ ਕਹਿਣਾ, ਸਾਡਾ ਮਨ ਜਿਹੜਾ ਖੁਸ਼ੀ ਨਾਲ ਝੂਮ ਉੱਠਿਆ ਕਿ ਇੰਨਾ ਕੁ ਸ਼ਹੀਦ ਪਰਿਵਾਰਾਂ ਨੂੰ ਮਾਣ ਤੇ ਫੋਰਸਾਂ ਨੂੰ ਮਾਣ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ। ਇੰਨਾ ਵੱਡਾ ਹੌਸਲਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ MLA ਸਾਹਿਬ ਦਾ
ਪੰਜਾਬ ਸਰਕਾਰ ਦਾ ਕਿ ਜਿਨ੍ਹਾਂ ਨੇ ਇੰਨਾ ਸਾਨੂੰ ਮਾਣ ਬਖਸ਼ਿਆ। ਤੇ ਮੈਂ ਅਗਲੀ ਬੇਨਤੀ ਕਰਦਾ ਸਾਡੇ ਗਰੁੱਪ ਸੈਂਟਰ ਦੇ DIG ਸਾਹਿਬ, ਸਾਡੇ ਸਰਤਾਜ, ਜਿਨ੍ਹਾਂ ਦੀ ਕਾਰੋਬਾਰੀ ਨਾਲ ਅਸੀਂ ਸਾਰਾ ਇਹਨਾਂ ਦੇ ਅਸ਼ੀਰਵਾਦ ਨਾਲ ਸਾਰਾ ਕੁਝ ਕਰੀਦਾ। DIG ਸਾਹਿਬ ਆਪਣੇ ਵਚਨ ਸ਼ਹੀਦ ਪਰਿਵਾਰਾਂ ਨਾਲ ਸਾਂਝੇ ਕਰਨਗੇ। ਜੀ ਆਇਆਂ ਨੂੰ। सत्कारयोग पद्मश्री श्री विजय चोपड़ा जी, श्री अमन अरोड़ा जी, उपस्थित अफसर साहबान और मेरे प्यारे साथियों, आज सब तो पहला मैं पद्मश्री श्री विजय चोपड़ा जी का तहे दिल से शुक्रिया अदा करता हूँ कि उन्होंने अपने व्यस्त समय में से समय निकाला और आज हमारे शहीद परिवारों के बीच में उपस्थित हुए। आपकी जो कंट्रीब्यूशन है वो नॉट ओनली पंजाब, पूरा देश जानता है। और आपने जो हमारे परिवार के सदस्य हैं, जो शहीद परिवार के, उन सदस्यों को आपने अपना सदस्य माना है और कभी भी उनको अकेला नहीं छोड़ा। आपके मार्गदर्शन में जो सुरेंद्र कंडी जी और उनकी टीम काम कर रही है वो बहुत ही सराहनीय है। आपने न सिर्फ इन वीर जवानों के जो परिवार हैं उनको देखा है, ऐसे एरिया भी जहां अभी अमन अरोड़ा जी ने आइडेंटिफाई किए हैं, जहां आम आदमी नहीं जा सकता, उस फार फ्लंग एरिया में भी आपने उन लोगों तक, उन परिवारों तक उन चीज़ों को पहुंचाया है और जिससे कि उनके नॉट ओनली जो इसेंशियल्स हैं उनकी लाइफ को आसान बनाने के लिए, जैसे जिस एरिया में उनको पैसेज नहीं मिल रहा, बारिश के टाइम में उनके जो पूरे डिस्ट्रिक्ट्स हैं, उनके जो विलेजेस हैं वो कटअप हो जाते हैं, उनमें भी आपने डिस्ट्रिक्ट एडमिनिस्ट्रेशन तक इन चीज़ों को पहुंचा के उनको ग्राउंड में कार्यान्वित किया है। मैं उस सब के लिए आपका तहे दिल से शुक्रिया अदा करता हूँ। हमारे जो वीर जवानों के परिवार हमारे बीच में उपस्थित हुए हैं, आप हम सब के लिए बहुत सम्मान योग हैं और आपकी जो कोई भी दुख तकलीफ है, यदि हमें मौका मिलता है उस चीज़ को अटेंड करने के लिए, तो डेफिनेटली हम पूरी कोशिश करेंगे कि उस चीज़ को, आपके जो भी तकलीफ है उसको दूर करवाया जाए। और आप हमारे परिवार का सदस्य हैं। एक चीज़ मैं आपसे शेयर करना चाहूँगा कि खुशी आदमी किसी भी सर्कमस्टांसेस में हो, आदमी को खुश रहने का जो जज्बा है वो सीखना चाहिए। वो कहते हैं कि एक स्टडी किया गया, उसमें उस यूनिवर्सिटी से सभी लोग पास आउट हुए, उनमें से कुछ राष्ट्रपति भी बने, कुछ साइंटिस्ट भी बने, कुछ बिजनेसमैन भी बने, कुछ स्पोर्ट्स में एक्सेल किए और कुछ जो हैं कन्विक्ट भी हुए। जब उन्होंने उस चीज़ को देखा कि इनमें जो खुशी है, जो खुशी का पैमाना है, वो खुश कौन है, तो उन्होंने एक ही चीज़ देखी कि इन सब को जब कंपेयर किया गया तो खुश वो इंसान मिला उनको कि जिस इंसान के साथ में खड़े होने वाले थे, उनका परिवार साथ में था, उनके जो कुलीग वो साथ में थे, उनका जो सोसाइटी है वो साथ में था। तो सबसे जो इम्पोर्टेंट है वो है आपके रिलेशंस। उस चीज़ को हमेशा अपने जो कहते हैं अपने जो ज़िंदगी है, रिलेशंस को सबसे इम्पोर्टेंस देनी है। और उस खुशी के लिए
यदि चीज एक पर्सनैलिटी का आदमी का देखा जाए तो उसमें 4 चीजें इंपॉर्टेंट हैं। एक है फिजिकल, जो फिजिकल क्वोशिएंट है आपका, कि आदमी जो फिजिकली कैसा है, क्या तंदुरुस्त है, क्या जो काम या उसको जो काम करना है क्या उसके लिए वो फिट है, जो फिजिकल क्वोशिएंट है। दूसरा आपका आता है इंटेलिजेंस क्वोशिएंट, मतलब कि जो दुनियावी चीज है, जो आदमी की किसी भी प्रॉब्लम को सॉल्व करने की क्षमता है, क्या वो चीज आदमी में है। तीसरी चीज है आपका इमोशनल क्वोशिएंट का मतलब ये है कि आपस के जो रिलेशंस हैं, क्या आप उस रिलेशंस को मेंटेन कर सकते हैं। और चौथी और आखिरी चीज है स्पिरिचुअल क्वोशिएंट। स्पिरिचुअल क्वोशिएंट भक्ति से नहीं है, स्पिरिचुअल क्वोशिएंट से मतलब है कि आपका जो जिंदगी का मकसद है, जो कोई भी आप काम कर रहे हैं वो किस मकसद से कर रहे हैं। तो इस चीज को यदि फिजिकल में आप देखेंगे तो आपके जो शरीर है उस चीज को आप तंदुरुस्ती की साइड से जो सही खुराक है वो होनी चाहिए। आपका जो फिजिकल एक्सरसाइज है वो होनी चाहिए, जिससे कि आपका जो फिजिकल क्वोशिएंट है, आपका शरीर उस लायक बने कि जो आप काम आपके सामने आए आप उस चीज को कर सकें। दूसरा जो मैंने बताया है इंटेलिजेंस क्वोशिएंट, उसमें सिर्फ एक ही चीज है कि आज जो हम लोग हैं, आज से कल हमारा बेहतर होना चाहिए। जो लर्निंग है, सीखने की जो क्षमता है, वो हमेशा आदमी को ये सोचना चाहिए कि ये आज जिस लेवल में हूँ, कल मैं जो नॉलेज लेने का है, दूसरे से सीखने का जज्बा है, वो हम उस चीज को अपने आप में इन्वॉल्व करें। इमोशनल क्वोशिएंट, कई बार आपने रिलेशन में देखा है एक दूसरे से कंफ्लिक्ट हो जाता है, कोई ना कोई इंटरेस्ट के कारण कंफ्लिक्ट होता है। तो हमारे में उतनी क्षमता होनी चाहिए कि इमोशनली हम उस सिचुएशन को ऐसे डील करें कि जो दोनों पक्ष हैं उनको विन विन सिचुएशन में ला सकें। यदि इमोशनली आप स्ट्रांग है तो कोई भी सिचुएशन परिवार में आएगी, उस सिचुएशन को आप अच्छे से हैंडल कर पाएंगे। और जो लास्ट आपका है स्पिरिचुअल क्वोशिएंट, हमारे पास में दो प्रैक्टिस कर रहे हैं डॉक्टर्स को देखा आपने प्रैक्टिस करते हुए, देखे हैं? एक डॉक्टर प्रैक्टिस करते हैं किस मकसद के लिए, बहुत मेहनत कर रहे हैं, और मकसद क्या है उनका, एक अच्छा उन्होंने क्लिनिक बनाना है, हॉस्पिटल्स बनाने हैं, पैसा कमाना है और प्लाजा बनाने हैं। उसी के साथ में दूसरे डॉक्टर भी हैं, वो भी मेहनत कर रहे हैं, वो भी पैसा कमा रहे हैं, लेकिन उनका जो मकसद है, उनका मकसद ये है कि जिस डिस्ट्रिक्ट से या जिस एरिया से मैं हूँ या जिस गांव से मैं हूँ, इसमें से मैंने जो ये एलिमेंट है इस चीज को दूर करना है। पैसा उसने भी कमाया है, आगे हॉस्पिटल वो भी बनाना है, लेकिन दोनों के स्पिरिचुअल में फर्क क्या है। जो पहले वाला डॉक्टर देखा है उसका स्पिरिचुअल क्वोशिएंट यहाँ है, मतलब उसकी जो एक सेटिस्फैक्शन का वो चीज है, वो एक दुनियावी वो यहाँ पे है। लेकिन जो दूसरे डॉक्टर देखा जिसका मकसद हाई है, उसका जो लेवल है वो मकसद यहाँ है। तो हमारा ये होना चाहिए कि जब भी कोई काम करें, कोई भी काम हो, मकसद हमेशा ही आपका हाई उसमें होना चाहिए। तो मैं उम्मीद करता हूँ कि अपने जो खुशी का पैमाना है उस चीज को, ये बड़ी चीजों के लिए नहीं है, ये हमारे छोटे छोटे परिवारों में भी है। यदि उस चीज को हम ध्यान रखेंगे तो हमारी जो लाइफ है उस चीज को डेफिनेटली हम इम्प्रूव कर पाएंगे। अभी कांडी जी ने 2 चीजें रेफर की थी। एक तो कैंटीन का है कि जिस एरिया में आपके जो स्ट्रेंथ है हमारे इनकी रिटायरीज की या शहीद परिवारों की है, उन कांडी साहब से हम लोग डिस्कस करेंगे, उस चीज को आइडेंटिफाई किया जाएगा और डिस्कशन के बाद में एक टाइम सेट किया जाएगा। उस टाइम में हम आपके जो रिक्वायरमेंट्स हैं, जो CST की रिक्वायरमेंट्स हैं, उस चीज को डेफिनेटली उसमें भिजवाएंगे। कंपैशनेट ग्राउंड के जो केसेस आते हैं, मेरे को मालूम है कि कंपैशनेट ग्राउंड में जो जॉब है वो बहुत इम्पोर्टेंट है। एक परिवार के लिए बहुत ही ज़रूरी है कि उनका बच्चा उसमें जॉब में आए। मैं आप लोगों से जो अभी इधर परिवार बैठे हैं, आपके दूसरे साथी जो आज इसमें शामिल नहीं हो पाए,
मैं आपसे एक ही रिक्वेस्ट करूंगा, उन परिवारों को भी बताइए, जब भी कंपैशन ग्राउंड में मौका मिलता है बच्चे को आने के लिए, आने से पहले वो उस जो पोस्ट है उसकी रिक्वायरमेंट क्या है, उसमें रनिंग करनी है, कितनी करनी है, कितना टाइम होना चाहिए, हाई जंप कितना होना चाहिए, ये बेसिक चीज़ें हैं। आप उस चीज़ को जब अप्लाई करते हैं तभी ले जाइए, तभी उसको ले जाइए कि हमने बेटे के लिए ये अप्लाई करना है, इसके जो मापदंड है वो हमें दे दिए जाए, वो आप लेकर जाइए और जिस दिन अप्लाई किया है तब आप उनका जो स्टार्ट करवा लें। और मैं आपको यकीन दिलाता हूँ, जिस टाइम वो बच्चा यहाँ कम्पीट करने के लिए आएगा वो 100% सफल होगा। और ये जो चीज़ है, आपके जो परिवार इसमें नहीं शामिल हो पाए, मैं आपसे रिक्वेस्ट करूँगा उन परिवारों को भी ये चीज़ कन्वे करिएगा। और बाकी अंत में मैं पुनः पद्मश्री श्री विजय अरोड़ा जी और अमन जी, आपका तहे दिल से शुक्रगुजार हूँ कि आपने यहाँ आके और एक हमारे परिवार के लिए ऐसे वर्ड दिए हैं कि जो एक इंस्पिरेशन और इनके जो कॉन्फिडेंस है उसको एम्बोडन करेंगे। धन्यवाद। जय हिंद। मेरे बहुत ही प्यारे श्री रमन अरोड़ा जी, CRPF के DIG श्री हरजिंदर सिंह जी, एक्स कमांडेंट सरबजीत सिंह जी, फोर्ड अफसरान मेरे आए जवान, तो सब तो ज़्यादा मेरे प्यारे सुरेंद्र सिंह कंडी जी, इतने आए बुजुर्गों, बहनों, भराओं के बच्चों, ये काम सुरेंद्र सिंह संडी जी ने शुरू किया सी, कंडी जी ने, और मैं हर फंक्शन चाहा, क्योंकि मैनू पता है कि जिस घर का चले जाए कमान वाला या बुजुर्ग या बच्चा, उस परिवार की हालत की होती है। छोटे छोटे बच्चे, उन्होंने पढ़ाई, वाइफ को की तकलीफ है, मां को की तकलीफ है, वो सारा मैं हो गया। तो मैनू बड़ी खुशी है कि सुरेंद्र सिंह कंडी ये काम शुरू किया, और कला यह काम नहीं शुरू किया, एक राउंड पूरा हो गया, आज दोबारा शुरू किया। मिलन बैठन नाल थोड़ा जहा दिल हल्का होता है कि जॉब मिल जाए। पंजाब में भी पहले जॉब नहीं सी मिलता, वो भी कोशिश करके शुरू करवाया। गवर्नमेंट दिंदी भी कुछ नहीं सी, कोई नगद मरन तो नहीं सी दिंदी, थोड़ा पता हो गया तो हो गया, कदे सी साढ़े कोल है ही कख नहीं। वो नवी गवर्नमेंट आई है, इन्हों भी महसूस होना है कि है ही कुछ नहीं पंजाब को। पंजाब बड़े भैड़े दौर च गुजर रहा है, जोड़े लोग साढ़े कोल आए पिछे, उन्होंने कमाऊ इलाका दवाता हरियाणे को, तो खूबसूरत इलाका दवाता हिमाचल को, साढ़े कोल बॉर्डर ही बॉर्डर है जोड़े, तो बच्चे सारे जोड़े ने वो विदेशों में दौड़ जा रहे हैं। वो इतने रह के राजी नहीं, वो बाहर जाके इतने प्यो का मूँह नहीं पूंजना, उत्थे कट्ठियाँ साफ करते हैं। तो अज इस करके असीं इकट्ठे नहीं हुए, अज असीं DIG साहब का शुक्रिया अदा करने वास्ते कि थोड़ी जी मुश्किलां दसियां सुरेंद्र सिंह कंडी ने। असली मैं अपना लीडर मनदा, असीं जिन्हें जम्मू कश्मीर के 500 ट्रक पहला जड़ा है वो सारा जम्मू कश्मीर भेजते। तो
ਸਾਡੇ ਨਾਲ ਉਸ ਭੈੜੇ ਵਕਤ ਵਿੱਚ ਵਿਰਕ ਸਾਹਿਬ ਨੇ ਇਹਨੂੰ ਜੋੜਿਆ ਸਾਡੇ ਨਾਲ। तो कहने लगे ज़रा ख्याल रखना। तो इन्हें काम शुरू किया तो मैंने बहुत ही अच्छा लगा कि कम से कम कोई आदमी तो है जोड़ा तुहानू इकट्ठा करता है, वो 25-30 हो कुछ ना कुछ करके खाना इकट्ठा खाना, हल्का जा दर्द जरा घट होंदा है। तो मैं इसका शुक्रिया अदा करता और तुहानू सारे तालियां जोरदार डिस्पेंसरियां का काम ਹੁਣ ਨੇੜੇ ਲਗਾਓ, ਇਹਨੂੰ ਕੁਛ ਨਾ ਕੁਛ ਸੁਝਦਾ ਰਹਿੰਦਾ। ਇਹਨੇ ਸਾਨੂੰ ਕਿਹਾ ਤੁਸੀਂ ਜੰਮੂ ਕਸ਼ਮੀਰ ਜਾਂਦੇ ਹੋ, ਪੰਜਾਬ ਦਾ ਬਾਰਡਰ ਦੇਖਿਆ ਇਹਦਾ ਵੀ ਹਾਲ ਹੈ। ਔਰ ਪਹਿਲੀ ਦਫਾ ਲੈ ਕੇ ਗਿਆ ਔਰ ਅਸੀਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਟਰੱਕ ਭੇਜਣੇ ਸ਼ੁਰੂ ਕੀਤੇ ਔਰ ਸਾਰੇ ਬਾਰਡਰ 'ਤੇ ਹਾਲ ਉਹੀ ਹੈ ਜੋ ਜੰਮੂ ਕਸ਼ਮੀਰ ਵਿੱਚ ਹੈ। ਤੋ ਮੈਂ ਧੰਨਵਾਦ ਕਰਦਾ ਜਦੋਂ ਕਹਿੰਦਾ ਮੈਂ ਪ੍ਰੋਗਰਾਮ ਕੱਟ ਕੇ ਆਉਣਾ ਇੱਥੇ, ਤਾਂ ਕਿ ਅੱਜ ਇੱਕ ਫਗਵਾੜੇ ਪ੍ਰੋਗਰਾਮ ਹੈ, ਰਮਨ ਜੀ ਨੇ ਜਾਣਾ ਉੱਥੇ ਵੀ ਮੈਨੂੰ ਪੁੱਛਦੇ ਸੀ, ਮੈਂ ਕਿਹਾ ਇੱਥੋਂ ਫਾਰਗ ਹੋ ਕੇ ਜਾਣਾ, ਕਿਉਂਕਿ ਇਹ ਇੱਕ ਐਸੀ ਸੇਵਾ ਹੈ, ਇਹ ਐਸੀ ਸੇਵਾ ਹੈ ਜਿਹਦਾ ਕੋਈ ਜਵਾਬ ਨਹੀਂ। ਤੋ ਅਸੀਂ ਅੱਜ ਵੀ ਸਾਡਾ ਇੱਕ ਟਰੱਕ ਵੰਡਿਆ ਜਾ ਰਿਹਾ, ਇਹਨਾਂ ਨੇ ਨਾਲ ਜਾਣਾ ਸੀ ਲੇਕਿਨ ਪ੍ਰੋਗਰਾਮ ਰੱਖ ਪਏ ਸੀ, ਉਹ ਪੰਜਾਬ ਦੇ ਬਾਰਡਰ 'ਤੇ ਵੰਡਿਆ ਜਾ ਰਿਹਾ। ਤੋ ਮੈਂ ਸਮਝਦਾ ਕਿ ਜਿਹੜੇ ਤੁਸੀਂ ਲੋਕ ਹੋ, ਅਗਰ ਤੁਸੀਂ ਸਾਡੀ ਹਿਫਾਜ਼ਤ ਨਾ ਕਰੋ ਤਾਂ ਮੁਸ਼ਕਲ ਹੈ। ਦੁਸ਼ਮਣ ਕੋਲ ਛੋਟਾ ਜਿਹਾ ਪ੍ਰੋਵਿੰਸ ਰਹਿ ਗਿਆ, ਇੱਕ ਪੈਕਟ ਇੱਧਰ ਸੁੱਟਦੇ ਨੇ ਫੇਕ ਕਰੰਸੀ ਦਾ, ਕਦੀ ਡਰੱਗ ਸੁੱਟ ਦਿੰਦੇ ਨੇ, ਕਦੀ ਕੋਈ ਹਥਿਆਰ ਸੁੱਟ ਦਿੰਦੇ ਨੇ। ਤਾਂ ਸਾਡਾ ਇੱਕ ਅਫਸਰ ਵੀ ਪਕੜਿਆ ਗਿਆ ਜਿਹੜਾ ਬੰਦੇ ਲਗਾਉਂਦਾ ਸੀ। ਤੋ ਮੈਂ ਸਮਝਦਾ ਕਿ ਇੱਕ ਸੇਵਾ ਹੈ। ਤੋ ਮੈਂ ਰਮਨ ਜੀ ਨੇ ਜਾਣਾ ਸੀ, मैं रोकिया, मैं कहा जी 2 मिनट में रुक जाओ क्योंकि मैं ही उत्थे जाना। तो जो सेवा कर रहे हैं कंडी, इनू अपन दिक्कत दसो, पूरी कोशिश की जाए कि अज वायदा करता है गवर्नमेंट है, गवर्नमेंट और वो गवर्नमेंट आई है जी। मैं कहना मेरे को आते हैं, मैं क्या ऐलान थोड़े करो, काम पूरे कर दो, बहुत ऐलान ना करना, कोई ऐलान करो जो पूरा हो जाए। कल भी धालीवाल आया, वो अजीज है पुराना साडा, कहने लगा तू दसो, मैं क्या कहता आशीर्वाद दो, मैं क्या आशीर्वाद है कि जिन्हें तुम वायदे करते हैं ना वो पूरे कर दो, तो होर वो ना करो जो नहीं पूरे होने। लोगों ने जो उन्होंने लिहाज नहीं किया फिर थोड़ा करना। सो इन्होंने मैं अर्ज इतने भी की है, वैसे भी कह चुका, उन फगवाड़े मिलना एक बार फिर कह देना कि वायदे उन्हें ही करो जिन्हें पूरे हो जाएंगे, लोग लाइक करेंगे। उन तक किए वादे बहुत अच्छे, तो इन्हों पूरा किया जाए। तो मैं कंडी का एक दफ़ा फिर शुक्रिया अदा करता, DIG साहब का करता। अज भी उन्होंने कहा कि मैं 100% कोशिश कराँगा। डिस्पेंसरियाँ 1-2 दवा दो, जोड़े भैन जॉब मिले उन्होंने नेड़े करा दो, डॉक्टर दवा दो, बहुत बड़े काम है। धन्यवाद, जय हिंद। हेलो, बहुत बहुत धन्यवाद बाबू जी होना का, जिन्होंने इन्ना आशीर्वाद सानू अज इन्ना वधिया मौके ते पंजाब सरकार को भी समझ लो हाँ कराती ते अपना आशीर्वाद भी सानू देता। जिन्ना भी वध तो वध होएगा असीं तुहाडी सेवा च हाज़र है। हुण असीं अगला जिहड़ा क्यों बाबू जी हुणां ने भी अगले फंक्शन ते जाना, MLA साहब ने भी जाना, असीं रब अगे ते यही दुआ करते हैं कि साडे MLA साहब जे अगली बारी साडे को आउण ते मंत्री बन के आउण। तो नैक्सट मीटिंग अगले साल या 6 महीने होनी है। महाराज इन्हों तरक्कियां बख्शे, साडे शहर का मान बढ़ावे। तो असी अगला जिहड़ा हुण प्रोग्राम है डिस्ट्रीब्यूट का वो शुरू करन जा रहे हैं। हाँ जी हाँ जी। तो पहला असी जिहड़े मोमेंटो है वो असी देन जा रहे हैं। तो पहला
ਪਹਿਲਾਂ ਸਾਡਾ ਪੰਜਾਬ ਸਰਕਾਰ ਦੇ MLA ਸ਼੍ਰੀ ਰਮਨ ਅਰੋੜਾ ਜੀ ਦਾ ਬਾਊ ਜੀ ਹੋਣੀ ਉਹਨਾਂ ਨੂੰ ਆਪਣਾ ਮੋਮੈਂਟੋ ਦੇਣਗੇ ਜੀ। थैंक यू सर। एक बार जोरदार ताड़ियां। और श्री हरजिंदर सिंह DI साहब से मैं रिक्वेस्ट करूंगा कि वो पद्म श्री विजय चोपड़ा जी को मोमेंटो देके सम्मानित करें। पहला सब तो पहला मैं इंस्पैक्टर तिलकराज जो कि नवा शहर तो आए ने उन्होंने परिवार के मैंबर मैं उन्होंने रिक्वेस्ट करूँगा कि वो स्टेज पे हो। इंस्पैक्टर तिलकराज जी। दूसरे ने बलविंदर सिंह नहीं है, जरनैल सिंह ये परिवार में मैं बेनती करूंगा कि वो स्टेज पे हो। जरनैल सिंह बंद करो, ये लाइट बंद होगी पीछे वाली। जरनैल सिंह जी, जरनैल सिंह के परिवार को बेनती करते हैं आओ जाओ। लखविंदर सिंह 87 बटालियन आयो परिवार आ जाओ उन्होंने। लखविंदर सिंह उन्होंने बाद रवि कुमार के परिवार जी। रवि कुमार हाँ चलो कोई दोनों कोई रवि कुमार, अशोक कुमार,
अशोक कुमार जी उन्होंने परिवार के मैंबर, अशोक कुमार जी, राकेश कुमार जी, राकेश कुमार के परिवार मेंबर, राकेश कुमार, राकेश कुमार जी, सर्वजीत सिंह जी, सर्वजीत सिंह के परिवार, सर्वजीत सिंह, सर्वजीत सिंह जी, सुखदेव सिंह, सुखदेव सिंह के परिवार जी, सुखदेव सिंह 209 कोबरा, सुखविंदर सिंह जी 39 बटालियन, सुखविंदर सिंह, सुखविंदर सिंह जी, सुखपाल सिंह जी, सुखपाल सिंह जी उन्होंने परिवार के मैंबर, सुखपाल सिंह जी, मलकीत सिंह जी, मलकीत सिंह, मलकीत सिंह के परिवार वालों मलकीत सिंह, सुखविंदर सिंह सन ऑफ जसोदा सिंह जी पिंड नंगल लवाना, शैलेंद्र सिंह जी, शैलेंद्र सिंह जी, हरपिंदर सिंह जी, हरपिंदर सिंह, हरपिंदर सिंह जी, अवतार सिंह जी, अवतार सिंह के परिवार मेंबर, अवतार सिंह के परिवार मेंबर, अवतार सिंह,
ਹੋਰ ਕਿਸੇ ਦਾ ਨਾਂ ਛੁੱਟ ਗਿਆ ਤੇ ਪਲੀਜ਼ ਅਵਤਾਰ ਅਵਤਾਰ ਸਿੰਘ ਜੀ ਸਾਨੂੰ ਭਗਵੰਤ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ थैंक यू सर बहुत बहुत शुक्रिया सर मेहरबानी सर और डीआई साहब से ताड़ियां एक बार जोरदार हो जाए। डीआई साहब श्री विजय चोपड़ा साहब अनुरोध है, बेनती है कि वो डीआईजी हरजिंदर सिंह साहब को मोमेंटो लेकर सम्मानित कर। जोरदार तालियां एक बार। बहुत बहुत शुक्रिया, थैंक यू सर, मेरा बहुत बहुत धन्यवाद सर। घुमन साहब का भी ये साढ़े श्री सरबजीत सिंह घुम्मन एक्स कमांडेंट, जोरदार तालियां एक बार। सारिਆਂ ਦਾ बहुत बहुत धन्यवाद जी आया ਨੂੰ। एक्स सर्विसमैन एसोसिएशन के बिहाफ से मैं परम श्री विजय चोपड़ा जी का बहुत बहुत धन्यवादी हाँ कि इन्हों ने अपना कीमती समा कट के साडे विच आए तो इन्हों की एफर्ट्स नाल ही इन्हों की मेहनत नाल ये अज का प्रोग्राम असी सफल किया। अपने शहीद परिवारों में असी ये आए, असी इन्हों के बहुत बहुत धन्यवादी हाँ। नाल ही मैं धन्यवादी हाँ डीआईजी साहब श्री हरजिंदर सिंह सर का, जिन्हों ने इस ग्रुप सेंटर की कमांड के अंदर साडा ये जो प्रोग्राम आ इनू सफल बनाया। इन्हों दे नाल इन्हों की जी टीम सी ऑफिसर्स की तो जो स्टाफ इन्होंने सानू दिता, असी उहदा भी बहुत बहुत धन्यवादी हाँ कि उन्होंने साडा पूरा सहयोग दिता इस इवेंट को कवर करने लिए और इस इवेंट सहयोग करने लिए। मैं अपने एक्स सर्विसमैन साथियों का, डिप्टी कमांडेंट साहब, ऑफिसर्स, दूजे ऑफिसर्स, एसओज का तो जवानों का जिहड़े इत्थे आए उन्हों का भी धन्यवादी हाँ कि वो आए। ये साडी इस जिहड़ी शोभा इस अपने की बढ़ाई ते नाल मैं सिंगर सतिंदर सिंह का भी धन्यवादी हाँ कि इन्होंने साडे इत्थे विच आके साडे प्रोग्राम के विच आके जोशीले अपने गाणियां दे राहीं सानू भावुक किया। असी इन्हों के बहुत धन्यवादी हाँ। मैं धन्यवादी हाँ खास करके इन्होंने सारे परिवारों का, शहीद परिवारों का, जिहड़े साडे प्रधान जी ने इन्हों रिक्वेस्ट की सी ते कहा सी कि साडे नाल जरूर आयो। ये अपने बच्चों नाल ते अपने परिवारों नाल आए। मैं इन्होंने परिवारों का, इन्होंने बच्चों का भी बहुत बहुत धन्यवादी हाँ कि वो दूरों आए, टाइम भी थोड़ा ज़्यादा हो गया पर फिर भी वो बैठे रहे। मैं थोड़ा बहुत शुक्रगुजार हाँ। मैं शुक्रगुजार हाँ
ਆਪਣੇ ਮੀਡੀਆ ਪਰਸਨਸ ਦਾ ਜਿਹੜੇ ਸਾਡੇ ਇੱਕ ਇਸ ਨੂੰ ਕਵਰ ਕਰ ਰਹੇ ਹਨ। ਇਸ ਤੋਂ ਬਾਅਦ ਪ੍ਰੋਗਰਾਮ ਦੇ ਸਮਾਪਤੀ ਤੇ ਖਾਣਾ ਲੰਚ ਤਿਆਰ ਹੈ। ਸਾਰਿਆਂ ਨੂੰ ਅਨੁਰੋਧ ਹੈ ਕਿ ਖਾਣਾ ਖਾ ਕੇ ਜਾਇਓ। ਬਹੁਤ ਬਹੁਤ ਧੰਨਵਾਦ। ਜੈ ਹਿੰਦ। ਇੱਕ ਛੋਟੀ ਜਿਹੀ ਕੋਈ ਕਹਿੰਦੇ ਫੰਕਸ਼ਨ 'ਚ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ, ਸੋ ਮੈਂ ਰਿਕੁਐਸਟ ਕਰਾਂਗਾ, ਇੱਕ ਸਾਡਾ ਮੋਮੈਂਟੋ ਰਹਿ ਗਿਆ ਸੀ ਦੇਣਾ ਤੇ 1 ਮਿੰਟ ਅਸੀਂ ਉਹ ਦੇ ਦਈਏ। ਸੌਰੀ ਫॉर ਦਾ ਇੰਟਰਪਸ਼ਨ। ਆਪਣਾ ਜਸਵੀਰ ਸਿੰਘ ਜੀ ਨਡਾਲੋ ਵਾਲੇ ਸਾਡੇ ਸਰਪੰਚ ਸਾਹਿਬ ਨੂੰ ਮੈਂ ਨਿਮੰਤਰਣ ਕਰਾਂਗਾ ਸਟੇਜ ਤੇ ਕਿ ਆਪਣਾ ਮੋਮੈਂਟੋ ਲੈਣ। ਇਸ ਤੋਂ ਬਾਅਦ ਸਾਡੇ ਸਿੰਗਰ ਸਤਨਾਮ ਸਿੰਘ ਜੀ ਵੀ ਸਟੇਜ ਤੇ ਪਹੁੰਚਣ ਦੀ ਕਿਰਪਾ ਕਰਨ। ਅਸੀਂ ਇਹਨਾਂ ਨੂੰ ਵੀ ਮੋਮੈਂਟੋ ਨਾਲ ਨਵਾਜਣਾ। ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਜੀ, ਫੈਮਿਲੀ ਮੈਂਬਰਸ ਨੂੰ ਤੇ ਸਾਡੇ ਸਾਥੀਆਂ ਨੂੰ, ਅਫਸਰਸ ਨੂੰ, ਜਵਾਨਾਂ ਨੂੰ ਕਿ ਆਪਣਾ ਲੰਚ ਕਰਕੇ ਜਾਓ। ਥੈਂਕ ਯੂ ਵੈਰੀ ਮਚ। ਸੋ ਲਾਈਕ ਆਫ ਯੂ, ਤੁਸੀਂ ਟਾਈਮ ਦਿੱਤਾ। ਥੈਂਕ ਯੂ। ਜੈ ਹਿੰਦ।